सत श्री अकाल जी। आप सब जी का स्वागत है तुहाडे अपने यूट्यूब चैनल पॉजिटिव बाई पंजाब के उत्ते। अज थोड़ी जी जानकारी तुहाडे नाल सांझी करन जा रहे हैं रिगार्डिंग पीएस पीसीएल जिहड़ा कि मेन पेपर होना अपना ते इसे मंथ दे विच है पेपर ते उहदे वास्ते ना एक अपनी ऐप लॉन्च कीती आपां पिछे जे पॉजिटिव बाई पंजाब ते उत्ते एक बैच चल रहा है। काफ़ी बच्चे ना WhatsApp ते मैसेज करते हैं कि सर सानू बैच का पता नहीं लग रहा, बैच किवें कित्थों लैंदे आ जां डैमो दिखा दो कोई। ते देखो डैमो देखना थोड़ा हक है क्योंकि जो भी कोई बच्चा पैसा लाउंदा है, चाहे वो 100 रुपया है, चाहे वो 500 रुपया है, चाहे वो 1000 रुपया है, ਉਹਦਾ हक है कि उन्हें डैमो देखना। बट ਆਪਾਂ बहुत कुछ यूट्यूब ਤੇ भी करवाया होया है, बहुत ज़्यादा MCQ भी करवाए होए और थ्योरी ਤਾਂ ਸਾਰੀ ਕੰਪਲੀਟ ਕਰਾਈ ਹੋਈ ਹੈ। ਤੁਹਾਨੂੰ ਉੱਥੋਂ ਵੀ ਆਈਡੀਆ ਹੋ ਜਾਂਦਾ ਹੈ ਕਿ ਜੇ ਮੈਂ ਫ੍ਰੀ ਦੇ ਵਿੱਚ ਬਹੁਤ ਹਾਈ ਲੈਵਲ ਦਾ ਵਧੀਆ ਲੈਵਲ ਦਾ ਕਰਵਾ ਰਿਹਾ ਤਾਂ ਓਬਵੀਅਸ ਹੈ ਕਿ ਮੈਂ ਪੇਡ ਦੇ ਵਿੱਚ ਵੀ ਉਸ ਲੈਵਲ ਨੂੰ ਹੋਰ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਕਰੂੰਗਾ। ਬਟ ਡੈਮੋ ਮੈਂ ਇਸ ਤੋਂ ਪਹਿਲਾਂ ਪਾਈ ਸੀਗੀ, ਪਰ ਅੱਜ ਮੈਂ ਪਾ ਰਿਹਾ ਨਾਲ ਤੁਹਾਨੂੰ ਮੈਂ ਦੱਸ ਰਿਹਾ ਜਿਹੜੇ ਬੱਚੇ ਕਮੈਂਟ ਕਰਦੇ ਆ ਕਿ PDF ਕਿਵੇਂ ਡਾਊਨਲੋਡ ਹੋਊਗੀ, ਜਿਹੜਾ ਮੈਂ ਫ੍ਰੀ ਸਟੱਡੀ ਮਟੀਰੀਅਲ ਐਪ ਦੇ ਉੱਪਰ ਦਿੰਨਾ ਹੈ ਜਾਂ ਕੋਈ ਟੈਸਟ ਕੰਡਕਟ ਕਰਵਾਉਣਾ ਹੈ ਤਾਂ ਤੁਸੀਂ ਐਪ ਨੂੰ ਜ਼ਰੂਰ ਡਾਊਨਲੋਡ ਕਰ ਲਓ। ਚਾਹੇ ਤੁਸੀਂ ਬੈਚ ਲੈਣਾ ਜਾਂ ਨਹੀਂ ਲੈਣਾ ਇਹ ਤੁਹਾਡੇ ਤੇ ਹੈ, ਤੁਹਾਡੇ ਦੇ ਉੱਪਰ ਹੀ ਹੈ ਵੀ ਤੁਸੀਂ ਪੈਸੇ ਲਾਉਣੇ ਜਾਂ ਨਹੀਂ ਲਾਉਣੇ। ਬਟ ਉਹ ਐਪ 'ਤੇ ਤੁਹਾਨੂੰ ਫ੍ਰੀ ਟੈਸਟ ਵੀ ਮਿਲਦੇ ਰਹਿੰਦੇ ਆ, ਫ੍ਰੀ ਸਟੱਡੀ ਮਟੀਰੀਅਲ ਵੀ ਮਿਲਦਾ ਰਹਿੰਦਾ ਹੈ। ਤੇ ਜਿਹੜੇ ਬੈਚ ਆ ਰਾਜੇ ਉਹਦੀ ਫੀਸ ਲਗਭਗ ਕੋਈ ਜ਼ਿਆਦਾ ਨਹੀਂ ਰੱਖੀ ਜਾਂਦੀ, 400 ਤੋਂ 500 ਰੁਪਏ ਰੱਖੀ ਜਾਂਦੀ ਹੈ। ਤਾਂ ਜੇ ਮੈਂ ਗੱਲ ਕਰਾਂ ਵੈਸੇ ਵੀ ਦੇਖੋ ਕਈ ਵਾਰੀ ਕਈ ਬੱਚੇ ਤਾਂ ਜ਼ਿਆਦਾ ਨਹੀਂ, ਇੱਕ ਦੋ ਬੱਚੇ ਹੀ ਹੁੰਦੇ ਆ, ਕਈ ਬੱਚੇ ਕਹਿ ਦਿੰਦੇ ਸਰ ਕਿ ਫੀਸ ਜ਼ਿਆਦਾ ਫॉर ਸਿੰਗਲ ਸਬਜੈਕਟ। ਬਟ ਮੈਂ ਗੱਲ ਕਰਦਾ ਕਿ ਜੇ ਆਪਾਂ ਮੰਨ ਲਓ 3-4 ਦੋਸਤ ਵੀ ਕਿਤੇ ਬਹਿ ਕੇ ਖਾਣ ਪੀਣ ਚਲੇ ਜਾਈਏ ਤਾਂ ਆਪਾਂ ਈਜ਼ੀਲੀ ਉੱਥੇ 400 ਤੋਂ 500 ਰੁਪਇਆ ਲਾ ਦਿੰਦੇ ਆ। ਤੇ ਬਟ ਜੇ ਆਪਾਂ ਸਟੱਡੀ ਦੀ ਗੱਲ ਕਰੀਏ, ਆਪਾਂ ਸਟੱਡੀ ਤੇ ਪੈਸਾ ਲਾਉਣ ਲੱਗੇ ਆਪਾਂ ਨੂੰ ਉਹੀ ਪੈਸਾ ਜ਼ਿਆਦਾ ਮਤਲਬ ਕੀ ਲੱਗਦਾ ਹੈ। ਤਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਤੁਸੀਂ, ਮੈਂ ਤੁਹਾਨੂੰ ਫੋਰਸ ਨਹੀਂ ਕਰ ਰਿਹਾ ਕਿ ਤੁਸੀਂ ਇਹ ਬੈਚ ਲੈਣਾ ਹੀ ਲੈਣਾ ਹੈ। ਆਪਣਾ ਬਹੁਤ ਕੁਝ ਆਪਣਾ YouTube ਤੇ ਵੀ ਪਿਆ ਜਿਹਦੇ ਤੁਸੀਂ ਪੜ੍ਹ ਕੇ ਈਜ਼ੀਲੀ ਐਗਜ਼ਾਮ ਨੂੰ ਕਰੈਕ ਕਰ ਸਕਦੇ ਹੋ। ਬਟ ਜੇ ਤੁਸੀਂ ਕੋਈ ਦੇਖੋ ਕੋਈ ਐਕਸਟਰਾ ਫੈਸਿਲਿਟੀ ਆਪਾਂ ਲੈਣੇ ਆ, ਕੋਈ ਐਕਸਟਰਾ ਚੀਜ਼ ਆਪਾਂ ਲੈ ਰਹੇ ਹਾਂ ਤਾਂ ਉਹਦਾ ਥੋੜਾ ਬਹੁਤ ਆਪਾਂ ਨੂੰ ਪੇ ਕਰਨਾ ਪਊਗਾ ਕਿਉਂਕਿ ਬੇਟੇ ਐਪ ਦੇ ਵਿੱਚ ਕੀ ਆ, ਟੀਮ ਨਾਲ ਕੰਮ ਕਰਦੀ ਹੈ, ਟੀਮ ਨੂੰ ਸੈਲਰੀ ਵਗੈਰਾ ਵੀ ਦੇਣੀ ਹੁੰਦੀ ਹੈ, ਤਾਂ ਫਿਰ ਉਹ ਮੈਨੂੰ ਉਹਦੇ ਵਾਸਤੇ ਪੇਡ ਕਰਨਾ ਹੀ ਪਊਗਾ। ਬਾਕੀ ਤੁਸੀਂ YouTube ਤੇ ਫ੍ਰੀ ਪੜ੍ਹ ਸਕਦੇ ਹੋ, YouTube ਤੇ ਵੀ ਆਪਣੇ ਲੈਕਚਰ ਆਉਂਦੇ ਰਹਿੰਦੇ ਆ। ਪਰ ਜਿਹੜੇ ਬੱਚੇ ਇੰਟਰਸਟਿਡ ਹੈ, ਜਿਹੜੇ ਮੈਸੇਜ ਕਰਦੇ ਉਹਨਾਂ ਵਾਸਤੇ ਵੀਡੀਓ ਹੈਗੀ ਹੈ। ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਤੁਹਾਨੂੰ ਮੈਂ ਇਹਦੀ ਜਾਣਕਾਰੀ ਦੇ ਕੇ ਜਾਣਾ ਵੀ PDF ਡਾਊਨਲੋਡ ਕਿਵੇਂ ਕਰਦੇ ਆ, ਜਿਹੜੀ ਕਿ ਬਾਰ-ਬਾਰ ਕੁਐਰੀ ਆ ਰਹੀ ਹੈ YouTube ਦੇ ਉੱਪਰ। ਤੇ ਨਾਲ ਬੈਚ ਦੇ ਬਾਰੇ ਦੱਸਦੇ ਆ ਕਿ ਬੈਚ ਦੇ ਵਿੱਚ ਕੀ ਕੁਝ ਹੋਊਗਾ। ਡੈਮੋ ਵੀਡੀਓ ਵੈਸੇ ਮੈਂ ਪਹਿਲਾਂ ਵੀ ਪਾਈ ਸੀ, ਅੱਜ ਦੁਬਾਰਾ ਇੱਕ ਵੀਡੀਓ ਪਾ ਦਿੰਦਾ ਡੈਮੋ, ਠੀਕ ਹੈ ਜੀ। ਤੇ ਕੰਪਿਊਟਰ ਟਾਰਗੇਟ ਬੈਚ ਆ ਰਾਜੇ PS PCL ਵਾਸਤੇ। ਇਹਦੇ ਵਿੱਚ ਜਿਹੜੇ ਆਪਣਾ 10 ਨੰਬਰ ਦਾ ਕੰਪਿਊਟਰ ਆਉਣਾ ਆਪਾਂ ਨੂੰ ਟਾਰਗੇਟ ਕਰ ਰਹੇ ਹਾਂ ਕਿ ਆਪਣੇ ਲਗਭਗ 9 ਨੰਬਰ ਤਾਂ ਆ ਹੀ ਜਾਣ ਤੇ 10 ਦੇ ਵਿੱਚੋਂ 10 ਲੈਣ ਦਾ ਆਪਣਾ ਟਾਰਗੇਟ ਚੱਲ ਰਿਹਾ ਇਸ ਬੈਚ ਦੇ ਵਿੱਚ। ਇਹਦੇ ਨਾਲ ਇੱਕ ਹੋਰ ਬੈਚ ਚੱਲ ਰਿਹਾ ਹੈ ਪੰਜਾਬ ਪੁਲਿਸ ਤੇ ਹੋਰ ਜਿੰਨੇ ਵੀ ਕਮਿੰਗ ਐਗਜ਼ਾਮ ਹੋਣਗੇ, ਚਾਹੇ ਉਹ ਕੋਆਪਰੇਟਿਵ ਬੈਂਕ ਕਲਰਕ ਦਾ ਹੋਵੇ ਜਾਂ ਕੋਈ ਹੋਰ ਐਗਜ਼ਾਮ ਹੋਵੇ, ਉਹਦੀ ਤਿਆਰੀ ਵੀ ਸੇਮ ਉਸੇ ਬੈਚ ਦੇ ਵਿੱਚ ਚੱਲ ਰਹੀ ਹੈ। ਚਲੋ ਆਪਾਂ ਸਟਾਰਟ ਕਰਦੇ ਹਾਂ। ਜਿਹੜਾ ਇਹ ਬੈਚ ਹੈ PS PCL ਦਾ ਰਾਜੇ, ਇਹਦੇ ਵਿੱਚ ਹਾਈ ਲੈਵਲ ਦੇ MCQ ਰਹਿਣਗੇ ਤੇ ਵਿਦ ਥਿਊਰੀ ਰਹਿਣਗੇ। ਕਿਵੇਂ ਦੇ ਹੋਣਗੇ, ਕਿਵੇਂ ਪੜਾਇਆ ਜਾਊਗਾ, ਕਿਸ ਲੈਵਲ ਦਾ ਪੜਾਇਆ ਜਾਊਗਾ, ਉਹ ਤੁਸੀਂ ਅੱਗੇ ਜਾ ਕੇ ਵੀਡੀਓ 'ਚ ਦੇਖ ਸਕਦੇ ਹੋ। ਮੈਂ 10 ਕੁਐਸਚਨ ਇੱਥੇ ਮੈਂ ਕਰਵਾ ਕੇ ਜਾਊਂਗਾ ਤੁਹਾਡੇ ਸਾਹਮਣੇ YouTube ਦੇ ਉੱਪਰ। ਤਾਂ ਇਹ ਜਿਹੜਾ ਸਿਲੇਬਸ ਹੈਗਾ ਰਾਜੇ, ਇਹਦੇ ਵਿੱਚ 10 ਨੰਬਰ ਦਾ ਹੀ ਕੰਪਿਊਟਰ ਆਉਣਾ, ਆਪਣਾ ਬੇਸਿਕ ਕੰਪਿਊਟਰ ਨੌਲੇਜ 10 ਨੰਬਰ ਦੀ ਆਉਣੀ ਹੈ। ਬਟ ਜਦੋਂ ਆਪਾਂ ਕੋਈ ਮੇਨ ਐਗਜ਼ਾਮ ਵਾਸਤੇ ਜਾਂਦੇ ਹਾਂ ਤਾਂ ਰਾਜੇ ਆਪਣੇ ਵਾਸਤੇ ਇੱਕ ਨੰਬਰ ਸਹਾਈ ਹੁੰਦਾ ਕਿਉਂਕਿ ਬਹੁਤ ਬੱਚੇ ਜਿਹੜੇ ਮੇਰੇ ਕੋਲੇ ਹੈਗੇ ਆ ਕੋਆਪਰੇਟਿਵ ਬੈਂਕ ਦੇ ਵਿੱਚ 0.25 ਤੋਂ ਰਹਿ ਗਏ ਆ। ਤਾਂ ਕਹਿਣ ਦਾ ਮਤਲਬ ਇੱਕ ਨੰਬਰ ਤਾਂ ਬਹੁਤ ਵੱਡੀ ਗੱਲ ਹੈ, 0.25 ਤੋਂ ਵੀ ਰਹਿ ਜਾਂਦੇ ਆ ਬੱਚੇ ਜਦੋਂ ਮਤਲਬ ਕਿ ਆਪਣੇ ਵਿੱਚ ਕਿਤੇ ਨਾ ਕਿਤੇ ਕਮੀ ਹੋਵੇ ਆਪਣੀ ਸਟੱਡੀ ਦੇ ਵਿੱਚ ਜਾਂ ਆਪਣੀ ਕਿਸਮਤ ਦੇ ਵਿੱਚ। ਤਾਂ 10 ਨੰਬਰ ਤਾਂ ਬਹੁਤ ਹੁੰਦੇ ਆ ਤੇ ਆਪਾਂ 10 ਨੰਬਰ ਇਹ ਲੈਣੇ ਹੀ ਲੈਣੇ ਆ। ਤੇ ਇਸ ਬੈਚ ਦੇ ਵਿੱਚ ਪੂਰਾ ਟਾਰਗੇਟ ਕਰਕੇ ਆਪਾਂ ਚੱਲ ਰਹੇ ਹਾਂ ਕਿ ਤੁਹਾਡੇ 10 ਤੋਂ 10 ਨੰਬਰ ਆ ਜਾਣ। ਚਲੋ ਡੈਮੋ ਬਾਅਦ 'ਚ ਦੇਖੋ, ਪਹਿਲਾਂ ਚਲੋ ਫ੍ਰੀ ਸਟੱਡੀ ਮਟੀਰੀਅਲ ਤੁਸੀਂ ਕਿਵੇਂ ਡਾਊਨਲੋਡ ਕਰਨਾ ਰਾਜੇ। ਤੁਸੀਂ ਆਪਣੇ ਪਲੇ ਸਟੋਰ ਤੇ ਜਾ ਕੇ ਪੋਜ਼ਿਟਿਵ ਬਾਈ ਪੰਜਾਬ ਨਾਮ ਦੀ ਐਪ ਤੁਸੀਂ ਕੀ ਕਰ ਲੈਣੀ ਆ, ਡਾਊਨਲੋਡ ਕਰ ਲੈਣੀ ਆ। ਮੈਂ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ, ਐਂਡਰੋਇਡ ਵਾਸਤੇ ਵੀ ਪਾਤਾ ਤੇ ਐਪਲ ਵਾਸਤੇ ਵੀ ਪਾਤਾ, ਨਾਲ ORG ਕੋਡ ਵੀ ਪਾਤਾ, ਠੀਕ ਹੈ ਜੀ। ਤਾਂ ਐਪ ਜਦੋਂ ਤੁਸੀਂ ਡਾਊਨਲੋਡ ਕਰ ਲਓਗੇ, ਐਪ ਤੁਹਾਡੀ ਖੁੱਲ ਜੂਗੀ, ਤੁਹਾਡੀ ਮੋਬਾਈਲ ਨੰਬਰ ਦੇ ਨਾਲ ਜਾਂ ਈਮੇਲ ਦੇ ਨਾਲ ਰਜਿਸਟਰ ਕਰ ਸਕਦੇ ਹੋ। ਐਪ ਖੁੱਲਣ ਤੋਂ ਬਾਅਦ ਤੁਸੀਂ ਕੀ ਕਰਨੇ ਨੇ, ਜਿਹੜੇ ਆ 3 ਡਾਟ ਵਾਲੇ ਆਈਕਨ ਹੈ ਇੱਥੇ ਕਲਿੱਕ ਕਰਨਾ ਹੈ। ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਦਾਂ ਦਾ ਆ ਜਾਊਗਾ, ਤੁਹਾਡਾ ਨਾਮ ਆ ਜਾਊਗਾ, ਆਰਗੇਨਾਈਜੇਸ਼ਨ ਕੋਡ ਆਪਣਾ ਹੈਗਾ QTPTE, ਠੀਕ ਹੈ ਜੀ। ਤਾਂ ਇੱਥੇ ਆਪਾਂ ਜਾਣਾ, ਦੇਖੋ ਸਟੱਡੀ ਮਟੀਰੀਅਲ ਦੇ ਉੱਪਰ ਕਿੱਥੇ ਜਾਣਾ, ਆਪਾਂ ਸਟੱਡੀ ਮਟੀਰੀਅਲ ਦੇ ਉੱਪਰ ਜਾਣਾ ਹੈ। ਸਟੱਡੀ ਮਟੀਰੀਅਲ ਦੇ ਉੱਪਰ ਆਪਾਂ ਜਦੋਂ ਜਾਵਾਂਗੇ ਇਸ ਤੋਂ ਬਾਅਦ ਕੀ ਹੋ ਜਾਊਗਾ, ਆਪਣੇ ਕੋਲੇ ਇਦਾਂ ਦਾ ਆ ਜਾਊਗਾ ਸਟੱਡੀ ਮਟੀਰੀਅਲ। ਕੀ ਆ ਜਾਊਗਾ ਆਪਣੇ ਕੋਲੇ, ਸਟੱਡੀ ਮਟੀਰੀਅਲ ਨਾਮ ਦਾ ਕੀ ਆ ਜਾਊਗਾ, ਆਈਕਨ ਆ ਜਾਊਗਾ। ਇਸ ਦੇ ਵਿੱਚ ਜਾ ਕੇ ਦੇਖੋ ਇੱਥੇ ਪੰਜਾਬ GK ਦੇ 100 ਕੁਐਸਚਨ ਪਏ ਆ। ਕਰੰਟ ਅਫੇਅਰ ਨਾਮ ਦਾ ਇੱਕ PDF ਮਿਲ ਜੂਗੀ, ਫੋਲਡਰ ਮਿਲ ਜੂਗਾ। ਇਸ ਫੋਲਡਰ ਦੇ ਵਿੱਚ ਸਾਰੇ ਕਰੰਟ ਅਫੇਅਰ ਡੇਲੀ ਅਪਲੋਡ ਕੀਤੇ ਜਾਂਦੇ ਆ। ਤੁਸੀਂ ਇੱਥੇ ਕਲਿੱਕ ਕਰਿਓ, ਕਲਿੱਕ ਕਰਨ ਤੋਂ ਬਾਅਦ ਦੇਖਿਓ 1 ਅਪ੍ਰੈਲ ਦਾ ਕਰੰਟ ਅਫੇਅਰ ਦੀ PDF, 2nd ਦੀ, 3rd ਤੇ 4th ਦੀ, 5th ਦੀ ਜਿਹੜੇ ਮੈਂ ਅੱਜ ਕਰਵਾਏ ਆ
ਤੇ 6 ਦੀ ਕੱਲ ਪੈ ਜਾਊਗੀ। ਠੀਕ ਹੈ, ਤੁਸੀਂ ਇੱਥੇ ਜਾ ਕੇ ਇਹਨੂੰ ਡਾਊਨਲੋਡ ਵੀ ਕਰ ਸਕਦੇ ਹੋ। ਠੀਕ ਹੈ, ਤਾਂ ਇਸ ਤਰ੍ਹਾਂ ਤੁਸੀਂ ਇਹਦੇ ਵਿੱਚੋਂ ਫ੍ਰੀ ਸਟੱਡੀ ਮਟੀਰੀਅਲ ਵੀ ਲੈ ਸਕਦੇ ਹੋ। ਤੇ ਬਾਕੀ ਜਿਹੜਾ ਆਪਣਾ ਕੋਰਸ ਹੈਗਾ ਰਾਜੇ, ਉਹਦੇ ਵਿੱਚ ਬੈਸਟ ਐਗਜ਼ਾਮ ਓਰੀਐਂਟਡ MCQ ਵੀ ਕਰਾਏ ਜਾਂਦੇ ਆ, ਪੁਰਾਣੇ ਪੇਪਰ ਸਾਰੇ ਕਵਰ ਕਰਾਏ ਜਾਣਗੇ। ਚਾਰजेस ਤੁਹਾਨੂੰ ਮੈਂ ਦੱਸਦੇ ਲਗਭਗ, ਤੁਸੀਂ ਜਾ ਕੇ ਐਪ ਤੇ ਦੇਖ ਸਕਦੇ ਹੋ। ਵੀਕਐਂਡ ਦੇ ਵਿੱਚ ਟੈਸਟ ਵੀ ਆਪਾਂ ਕੰਡਕਟ ਕਰਵਾਉਣੇ ਆ ਤੇ PDF ਵੀ ਤੁਹਾਨੂੰ ਉੱਥੇ ਪੜ੍ਹਨ ਨੂੰ ਮਿਲਦੀ ਹੈ। ਬਾਕੀ ਜ਼ਿਆਦਾ ਡਿਟੇਲ ਵਾਸਤੇ ਤੁਸੀਂ ਐਪ ਤੇ ਚਲੇ ਜਾਇਓ। ਜੇ ਕੋਈ ਪ੍ਰੋਬਲਮ ਆਊਗੀ ਫਿਰ ਮੈਨੂੰ WhatsApp ਕਰ ਸਕਦੇ ਹੋ। ਤੇ ਚਲੋ ਜੀ, ਡੈਮੋ ਵਾਸਤੇ ਵੀਡੀਓ ਦੇਖ ਲਓ ਤੇ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ। ਡੈਮੋ ਦੇਖ ਲਿਓ। ਡੈਮੋ ਜੇ ਵਧੀਆ ਲੱਗੂਗਾ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਜੇ ਕੋਈ ਕਮੀ ਪੇਸ਼ੀ ਲੱਗੂਗੀ ਤੁਸੀਂ ਮੈਨੂੰ ਸੁਜੈਸਟ ਵੀ ਕਰ ਸਕਦੇ ਹੋ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ ਆਫੀਸ਼ੀਅਲ ਐਪ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਨੈਕਸਟ ਆਪਣਾ ਜਿਹੜਾ 12 ਨੰਬਰ ਪਾਰਟ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਥੋੜਾ ਜਿਹਾ ਧਿਆਨ ਦੇ ਨਾਲ ਸਮਝਿਓ ਰਾਜੇ। ਦੇ ਵਿੱਚ ਮੈਂ 1-2 ਪ੍ਰੈਕਟੀਕਲ ਕਰਾ ਕੇ ਜਾਊਂਗਾ, ਕਿਉਂਕਿ ਉਹ ਜ਼ਰੂਰੀ ਨੇ। ਵਾਰ-ਵਾਰ ਕੁਐਸਚਨ ਰਿਪੀਟ ਹੁੰਦੇ ਨੇ ਔਰ ਬੱਚਿਆਂ ਨੂੰ ਉਹ ਚੀਜ਼ ਸਮਝ ਨਹੀਂ ਆਉਂਦੀ। ਆਪਾਂ ਕਦੇ ਵੀ ਉਸ ਚੀਜ਼ ਨੂੰ ਕਦੇ ਯੂਜ਼ ਨਹੀਂ ਕੀਤਾ ਹੁੰਦਾ ਆਪਣੀ ਡੇਲੀ ਲਾਈਫ ਦੇ ਵਿੱਚ, ਤਾਂ ਉਹ ਆਪਾਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜ਼ਰੂਰ ਉਹਨੂੰ ਪ੍ਰੈਕਟੀਕਲੀ ਕਰਕੇ ਦੇਖਾਂਗੇ। YouTube ਤੇ ਤਾਂ ਆਪਾਂ ਕਰਵਾਇਆ ਹੋਇਆ, ਬਟ ਆਪਾਂ ਇੱਥੇ ਕੋਰਸ ਦੇ ਵਿੱਚ ਵੀ ਕਰਾਂਗੇ। ਤਾਂ ਫਸਟ ਕੁਐਸਚਨ ਵੱਲ ਵਧਦੇ ਹਾਂ। ਬਹੁਤ ਸੌਖਾ ਕੁਐਸਚਨ ਔਰ ਵਾਰ-ਵਾਰ ਪੁੱਛਿਆ ਜਾਂਦਾ ਹੈ, ਬਟ ਪੁੱਛਣ ਦਾ ਢੰਗ ਚੇਂਜ ਕਰਤਾ ਐਗਜ਼ਾਮੀਨਰ ਨੇ। ਕਹਿੰਦਾ ਵਿਚ ਆਫ ਦਾ ਫੋਲੋਇੰਗ ਕੀਬੋਰਡ ਸ਼ਾਰਟਕਟ ਡਿਸਪਲੇ ਏ ਕਰੈਕਟਰ ਸਿੰਬਲ ਜਾਂ ਫਿਰ ਕੋਈ ਨੰਬਰ। ਕਹਿੰਦਾ ਸੈਟ ਸਲਾਈਟਲੀ ਅਬਵ ਦਾ ਨਾਰਮਲ ਲਾਈਨ ਆਫ ਦਾ ਟੈਕਸਟ ਇਨ ਦਾ ਮਾਈਕਰੋਸੌਫਟ ਵਰਡ। ਦੇਖੋ, ਨਾਰਮਲ ਦਾ ਮਤਲਬ ਕੀ ਹੈ? ਜਿਵੇਂ ਮੰਨ ਲਓ ਮੈਂ ਇੱਥੇ ਲਿਖ ਲਿਆ ਐਕਸ ਜਾਂ ਮੈਂ ਲਿਖ ਲਿਆ ਹੈਲੋ, ਇਹ ਸਾਰੇ ਨਾਰਮਲ ਨੇ। ਇਹ ਨਾਰਮਲ ਬੇਸ ਲਾਈਨ ਹੁੰਦੀ ਹੈ। ਬਟ ਉਹ ਕੀ ਕਹਿ ਰਿਹਾ? ਕਹਿੰਦਾ ਸਲਾਈਟਲੀ ਅਬਵ। ਅਬਵ ਦਾ ਮਤਲਬ ਕੀ? ਸਲਾਈਟਲੀ ਅਬਵ ਮਤਲਬ ਕਿ ਜੇ ਮੰਨ ਲਓ ਮੈਂ ਇੱਥੇ ਐਕਸ ਲਿਖ ਰਿਹਾ ਤੇ ਇਹ ਥੋੜਾ ਜਿਹਾ ਇਹਦੇ ਤੋਂ ਉੱਪਰ ਲਿਖਤਾ ਮੈਂ 2, ਤਾਂ ਅਬਵ ਦਾ ਬੇਸ ਲਾਈਨ ਤੋਂ ਉੱਪਰ ਕੋਈ ਚੀਜ਼ ਲਿਖ ਰਿਹਾ ਤਾਂ ਉਹ ਕੀ ਬਣ ਜੂਗੀ ਰਾਜੇ? ਤੁਹਾਡੀ ਸੁਪਰ ਸਕ੍ਰਿਪਟ ਬਣ ਜੂਗੀ। ਕੀ ਬਣ ਜੂਗੀ? ਸੁਪਰ ਸਕ੍ਰਿਪਟ ਬਣ ਜੂਗੀ। ਠੀਕ ਹੈ, ਜੇ ਬਿਲੋ ਲਿਖ ਦੂਗਾ ਤਾਂ ਕੀ ਬਣ ਜੂਗੀ? ਸਬ ਸਕ੍ਰਿਪਟ ਬਣ ਜੂਗੀ। ਤਾਂ ਕਲੀਅਰ ਹੈ, ਪੁੱਛਣ ਦਾ ਢੰਗ ਚੇਂਜ ਕਰਤਾ। ਡਾਇਰੈਕਟਲੀ ਅਗਰ ਆਪਾਂ ਕੁਐਸਚਨ ਨੂੰ ਇਹਨੂੰ ਰਿਪਲੇਸ ਕਰਨਾ ਹੋਵੇ ਤਾਂ ਆਪਾਂ ਕਹਿ ਦਾਂਗੇ ਕਿ ਵਾਟ ਇਜ਼ ਦਾ ਸ਼ਾਰਟਕਟ ਕੀ ਫॉर ਦਾ ਸੁਪਰ ਸਕ੍ਰਿਪਟ ਇਨ ਦਾ ਮਾਈਕਰੋਸੌਫਟ ਵਰਡ। ਤੇ ਸੁਪਰ ਸਕ੍ਰਿਪਟ ਹੋ ਗਿਆ, ਸਬ ਸਕ੍ਰਿਪਟ ਹੋ ਗਿਆ, ਇਹਨਾਂ ਦੋਵਾਂ ਦੀ ਸ਼ਾਰਟਕਟ ਕੀ ਮੈਂ ਤੁਹਾਨੂੰ ਵਾਰ-ਵਾਰ ਕਰਵਾਤੀ ਹੈ, ਪਰ ਪੇਪਰ ਦੇ ਵਿੱਚ ਫਿਰ ਵੀ ਆਪਾਂ ਗਲਤ ਕਰਨੀ ਹੈ। ਇਹ ਮੇਰੇ ਤੋਂ ਗਰੰਟੀ ਲੈ ਲਓ, ਕਿਉਂਕਿ ਇਹ ਮੈਂ YouTube ਤੇ ਵੀ ਬੋਲ-ਬੋਲ ਥੱਕ ਗਿਆ, ਤਾਂ ਵੀ ਬੱਚੇ ਗਲਤ ਕਰਕੇ ਆ ਕੇ ਫਿਰ ਮੈਨੂੰ ਕਹਿੰਦੇ ਸਰ ਤੁਸੀਂ ਗਲਤ ਕਰਵਾਇਆ। ਠੀਕ ਹੈ, ਮੈਂ ਗਲਤ ਨਹੀਂ, ਤੁਸੀਂ ਪ੍ਰੈਕਟੀਕਲ ਨਹੀਂ ਜਦ ਤੱਕ ਕਰਦੇ ਤੁਹਾਨੂੰ ਸਮਝ ਨਹੀਂ ਆਊਗੀ। ਆ ਦੇਖੋ, ਸੁਪਰ ਸਕ੍ਰਿਪਟ, ਸੁਪਰ ਸਕ੍ਰਿਪਟ। ਹੁਣ ਇਹ ਬੱਚੇ ਗਲਤੀ ਕਿਉਂ ਕਰਦੇ ਤੁਹਾਨੂੰ ਮੈਂ ਦੱਸਦਾ। ਕੀਬੋਰਡ ਦੇ ਵਿੱਚ ਇੱਕ ਬਟਨ ਹੈ, ਚਾਹੇ ਤੁਸੀਂ ਦੇਖ ਲਿਓ ਜਾ ਕੇ, ਇੱਕ ਬਟਨ ਦੇ ਉੱਪਰ ਹੀ ਪਲੱਸ ਹੈ ਤੇ ਉੱਪਰ ਹੀ ਇਕੁਅਲ ਟੂ ਹੈ। ਠੀਕ ਹੈ, ਹੁਣ ਦੇਖੋ ਜੇ ਮੈਂ ਸੁਪਰ ਦੀ ਗੱਲ ਕਰਾਂ, ਸੁਪਰ ਦਾ ਮਤਲਬ ਕੀ? ਸੁਪਰ ਉੱਪਰ। ਸੁਪਰ ਉੱਪਰ ਮਤਲਬ ਕਿ ਉੱਪਰ ਵਾਲਾ ਬਟਨ ਕੀ ਆਪਾਂ ਨੂੰ ਯੂਜ਼ ਕਰਨਾ ਪੈਣਾ? ਜਦੋਂ ਵੀ ਆਪਾਂ ਉੱਪਰ ਵਾਲਾ ਬਟਨ ਯੂਜ਼ ਕਰਨਾ ਉਹਦੇ ਵਾਸਤੇ ਆਪਾਂ ਨੂੰ ਕਿਹੜੀ ਕੀ ਨੱਪਣੀ ਪੈਂਦੀ ਹੈ? ਸ਼ਿਫਟ ਕੀ ਨੱਪਣੀ ਪੈਂਦੀ ਹੈ। ਤਾਂ ਕਲੀਅਰ ਹੈ, ਸੁਪਰ ਸਕ੍ਰਿਪਟ ਜਿਵੇਂ ਮੰਨ ਲਓ x ਦੀ ਪਾਵਰ 2 ਹੋ ਗਿਆ ਤਾਂ ਉਹਦੇ ਵਾਸਤੇ ਕੰਟਰੋਲ ਨੱਪਣਾ ਪਊਗਾ, ਸ਼ਿਫਟ ਨੱਪਣਾ ਪਊਗਾ ਤੇ ਫਿਰ ਪਲੱਸ ਸਾਈਨ ਆ ਜਾਊਗਾ। ਕਲੀਅਰ ਹੈ। ਸਬ ਸਕ੍ਰਿਪਟ ਕੀ ਹੈ? ਕੰਟਰੋਲ ਨੱਪਣਾ ਆਪਾਂ, ਤੇ ਥੱਲੇ ਵਾਲੇ ਵਾਸਤੇ ਤਾਂ ਆਪਾਂ ਨੂੰ ਡਾਇਰੈਕਟ ਕੀ ਨੱਪ ਲੈਂਦੇ ਆ? ਤਾਂ ਇਕੁਅਲ ਟੂ। ਸਬ ਸਕ੍ਰਿਪਟ ਕਿਵੇਂ ਹੋਗਾ? ਜਿਵੇਂ H2O ਪਾਉਣੇ ਆ, ਵਾਟਰ ਦਾ ਫਾਰਮੂਲਾ। 2 ਕੀ ਆ? ਬਿਲੋ ਦਾ ਬੇਸ ਲਾਈਨ। ਇਹ ਕੀ ਆ? ਅਬਵ ਦਾ ਬੇਸ ਲਾਈਨ। ਤਾਂ ਇੱਥੇ ਉਹ ਪੁੱਛ ਰਿਹਾ ਅਬਵ ਵਾਲਾ ਪੁੱਛ ਰਿਹਾ, ਤਾਂ ਆਪਣੇ ਕੋਲ ਕੀ ਆ ਜਾਊਗਾ? ਕੰਟਰੋਲ ਕੀ ਪਲੱਸ ਸ਼ਿਫਟ ਕੀ ਪਲੱਸ ਪਲੱਸ ਦਾ ਸਾਈਨ। ਤਾਂ ਰਾਈਟ ਆਂਸਰ ਕੀ ਬਣ ਜੂਗਾ? ਆਪਣਾ ਸੈਕਿੰਡ ਬਣ ਜੂਗਾ। ਹੁਣ ਥੋੜਾ ਗਲਤ ਨਹੀਂ ਹੋਣਾ ਚਾਹੀਦਾ, ਨਹੀਂ ਤੁਹਾਡੇ ਪੈਸੇ ਲਾਏ ਬਰਬਾਦ ਆ ਜਿਹੜੇ ਤੁਸੀਂ 500 ਰੁਪਏ ਮੈਨੂੰ ਦਿੱਤਾ। ਠੀਕ ਹੈ, ਧਿਆਨ ਦੇ ਨਾਲ। ਅੱਗੇ ਆ ਜੀ, ਥੋੜਾ ਜਿਹਾ ਕਰੰਟ ਤੋਂ ਕੁਐਸਚਨ ਪੁੱਛਿਆ ਗਿਆ। ਕਹਿੰਦਾ ਵਿਚ ਸਟੇਟ ਫਰੈਂਡਸ ਪ੍ਰੋਜੈਕਟ ਇਜ਼ ਇੰਪਲੀਮੈਂਟਡ। ਫਰੈਂਡ ਪ੍ਰੋਜੈਕਟ ਹੈ ਕੀ ਐਕਚੁਅਲ ਦੇ ਵਿੱਚ? ਕੇਰਲਾ ਗਵਰਨਮੈਂਟ ਨੇ, ਠੀਕ ਹੈ, ਲਾਗੂ ਕੀਤਾ ਸੀਗਾ। ਇਹਦਾ ਰਾਈਟ ਆਂਸਰ ਹੈ ਕੇਰਲਾ। ਜਿਸ ਟਾਈਮ ਲਾਸਟ ਈਅਰ ਦੀ ਗੱਲ ਹੈ। ਤਾਂ ਇਹ ਬੇਸਿਕਲੀ ਹੈ ਕੀ ਸੀਗਾ ਰਾਜੇ? ਈ ਗਵਰਨੈਂਸ ਪ੍ਰੋਜੈਕਟ ਸੀਗਾ ਕਿ ਜਿੰਨੀਆਂ ਵੀ ਵੈਬਸਾਈਟਸ ਹੋ ਗਈਆਂ ਜਾਂ ਗਵਰਨਮੈਂਟ ਦੀਆਂ ਸਰਵਿਸਿਜ਼ ਹੋ ਗਈਆਂ ਉਹਨੂੰ ਫਾਸਟ ਕਰਨ ਵਾਸਤੇ ਉਹਨਾਂ ਨੇ ਕੀ ਕੀਤਾ? ਸਾਰਾ ਕੁਝ ਆਨਲਾਈਨ ਕਰਤਾ ਸੀਗਾ ਕੇਰਲਾ ਗਵਰਨਮੈਂਟ ਨੇ। ਤਾਂ ਕਹਿੰਦਾ ਦਿਸ ਇਜ਼ ਏ ਕੀ ਮਿਸ਼ਨ ਮੋਡ ਈ ਗਵਰਨੈਂਸ। ਠੀਕ ਹੈ, ਗਵਰਨੈਂਸ G2C, ਗਵਰਨਮੈਂਟ ਟੂ ਕਸਟਮਰ। ਕਸਟਮਰ ਕਿਹੜੇ? ਜਿਹੜੇ ਆਪਾਂ ਹੁੰਨੇ ਆ, ਗਵਰਨਮੈਂਟ ਟੂ ਕਸਟਮਰ। ਠੀਕ ਹੈ ਜੀ, ਇਹ ਈ ਗਵਰਨੈਂਸ ਹੈ ਨਾ, ਬਹੁਤ ਤਰ੍ਹਾਂ ਦਾ ਹੁੰਦਾ ਹੈ। ਬਿਜ਼ਨਸ ਟੂ ਕਸਟਮਰ, ਕਸਟਮਰ ਟੂ ਕਸਟਮਰ, ਗਵਰਨਮੈਂਟ ਟੂ ਕਸਟਮਰ। ਠੀਕ ਹੈ, ਵੱਖਰੇ ਵੱਖਰੇ ਟਾਈਪ ਦਾ ਹੁੰਦਾ। ਤਾਂ ਕਹਿੰਦਾ ਇੱਕ ਇਨੀਸ਼ੀਏਟਿਵ ਲਿਆ ਸੀਗਾ ਗਵਰਨਮੈਂਟ ਆਫ ਕੇਰਲਾ ਨੇ। ਇਹਨਾਂ ਨੇ ਫਰੰਟ ਪ੍ਰੋਜੈਕਟ ਹੈ। ਫਰੰਟ ਪ੍ਰੋਜੈਕਟ ਦਾ ਮਤਲਬ ਕੀ ਆ? ਫਾਸਟ, ਰਿਲਾਈਏਬਲ, ਇੰਸਟੈਂਟ, ਐਫੀਸ਼ੀਐਂਟ ਨੈਟਵਰਕ ਫॉर ਦਾ ਸਰਵਿਸਿਜ਼। ਜਿਹੜੀਆਂ ਸਰਵਿਸਿਜ਼ ਉੱਥੇ ਪ੍ਰੋਵਾਈਡ ਕੀਤੀਆਂ ਜਾਂਦੀਆਂ ਗਵਰਨਮੈਂਟ ਦੇ ਦੁਆਰਾ। ਕਲੀਅਰ ਹੈ। ਤਾਂ ਇੱਕ ਸਿੰਗਲ ਵਿੰਡੋ ਫੈਸਿਲਿਟੀ ਪ੍ਰੋਵਾਈਡ ਕੀਤੀ ਗਈ ਸਿਟੀਜ਼ਨ ਵਾਸਤੇ, ਜਿਹੜਾ ਕਿ ਟੈਕਸ ਪੇ ਕਰ ਸਕਦੇ ਆ, ਫਾਈਨੈਂਸ਼ੀਅਲ ਡਿਊ ਹੋ ਗਏ ਸਟੇਟ ਗਵਰਨਮੈਂਟ ਦੇ ਜਾਂ ਕੋਈ ਹੋਰ ਸਰਵਿਸਿਜ਼ ਹੋ ਗਈਆਂ ਗਵਰਨਮੈਂਟ ਦੀਆਂ, ਉਹ ਪ੍ਰੋਵਾਈਡ ਕੀਤੀਆਂ ਜਾਂਦੀਆਂ ਸੀਗੀਆਂ। ਤਾਂ ਇਹ ਫਰੈਂਡਸ ਪ੍ਰੋਜੈਕਟ ਲਾਂਚ ਕੀਤਾ ਸੀ ਕੇਰਲਾ ਗਵਰਨਮੈਂਟ ਨੇ। ਹੋ ਸਕਦਾ ਵੀ ਇਸ ਵਾਰੀ ਵੀ ਕੋਈ ਤੁਹਾਨੂੰ ਕਰੰਟ ਤੋਂ ਕੁਐਸਚਨ ਪੁੱਛ ਲੈਣ ਤੇ ਆਪਾਂ ਉਹਨੂੰ ਵੀ ਕਵਰ ਕਰ ਲਾਂਗੇ। ਅੱਛਾ, ਆਹ ਕੁਐਸਚਨ ਧਿਆਨ ਦੇ ਨਾਲ ਇਹਦਾ ਮੈਂ ਪ੍ਰੈਕਟੀਕਲ ਕਰਾ ਕੇ ਜਾਊਂਗਾ। ਮੈਕਰੋ ਦੀ ਗੱਲ ਕਰਦੇ ਆ ਰਾਜੇ।
ਪਹਿਲਾਂ ਤਾਂ ਆਪਾਂ ਨੂੰ ਮੈਕਰੋ ਪਤਾ ਹੋਣਾ ਚਾਹੀਦਾ ਕਿ ਮੈਕਰੋ ਹੁੰਦੇ ਕੀ ਹੈ, ਚਾਹੇ ਐਕਸਲ ਦੀ ਗੱਲ ਕਰ ਲਓ, ਚਾਹੇ ਵਰਡ ਦੀ ਕਰ ਲਓ, ਚਾਹੇ ਪਾਵਰ ਪੁਆਇੰਟ ਦੀ ਗੱਲ ਕਰ ਲਓ। ਪਾਵਰ ਪੁਆਇੰਟ ਦੇ ਵਿੱਚ ਥੋੜੇ ਜਿਹੇ ਡਿਫਿਕਲਟ ਹੁੰਦੇ ਆ ਕਿਉਂਕਿ ਉਹ ਵਿਜ਼ੂਅਲ ਬੇਸਿਕ 'ਚ ਲਿਖੇ ਜਾਂਦੇ ਆ, ਤਾਂ ਉੱਥੋਂ ਘੱਟ ਹੀ ਕੁਐਸਚਨ ਆਉਂਦਾ ਕਿਉਂਕਿ ਉਹ ਕੋਡਿੰਗ ਨਾਲ ਲਿਖੇ ਜਾਂਦੇ ਆ। ਜ਼ਿਆਦਾਤਰ ਐਕਸਲ ਤੇ ਵਰਡ ਤੋਂ ਪੁੱਛਦੇ ਆ। ਤੁਹਾਨੂੰ ਮੈਂ ਵਰਡ ਦੇ ਵਿੱਚ ਇੱਕ ਪ੍ਰੈਕਟੀਕਲ ਕਰਕੇ ਦਿਖਾ ਦਿੰਦਾ ਵੀ ਐਕਚੁਅਲ ਦੇ ਵਿੱਚ ਮੈਕਰੋ ਹੁੰਦੇ ਕੀ ਹੈ। ਆਪਾਂ ਇਹਨੂੰ ਬੰਦ ਕਰਦੇ ਹਾਂ ਵੀਡੀਓ ਨੂੰ ਇੱਕ ਵਾਰੀ ਇੱਥੇ ਹੀ, ਮਤਲਬ ਕਿ ਇਹ ਸਲਾਈਡ ਨੂੰ ਰੋਕਦੇ ਹਾਂ। ਮੈਂ ਤੁਹਾਡੀ ਸਕਰੀਨ ਤੇ ਲੈ ਕੇ ਚੱਲਦਾ, ਲੈਪਟਾਪ ਦੀ ਸਕਰੀਨ ਤੇ ਲੈ ਕੇ ਚੱਲਦਾ। ਦੇਖੋ ਇਹ ਹੈ ਮੈਕਰੋ, ਮੈਂ ਇੱਕ ਡੈਮੋ ਲੈ ਲਿਆ। ਇਹ ਕੀ ਲੈ ਲਿਆ, ਮੈਂ ਇੱਕ ਡੈਮੋ ਲੈ ਲਿਆ। ਮੈਂ ਇਹਦੇ ਵਿੱਚ ਤੁਹਾਨੂੰ ਇੱਕ ਚੀਜ਼ ਕਰਕੇ ਦਿਖਾ ਦਿੰਦਾ, ਥੋੜਾ ਜਿਹਾ ਜ਼ੂਮ ਕਰੂੰਗਾ ਮੈਂ ਇਹਨੂੰ, ਠੀਕ ਹੈ। ਜ਼ੂਮ ਕਰਕੇ ਦਿਖਾ ਦਿੰਦਾ ਤੁਹਾਨੂੰ, ਥੋੜਾ ਜਿਹਾ ਜ਼ੂਮ ਕਰ ਦਿੰਦਾ ਤੁਹਾਨੂੰ ਮੈਂ, ਠੀਕ ਹੈ। ਤੇ ਇਹਨੂੰ ਵੀ ਮੈਂ ਜ਼ੂਮ ਕਰਨ ਦੀ ਕੋਸ਼ਿਸ਼ ਕਰਦਾ, ਜੇ ਮੈਂ ਵਰਡ ਨੂੰ ਜ਼ੂਮ ਕਰ ਸਕਿਆ, ਠੀਕ ਹੈ। ਹੁਣ ਕੀ ਹੈ ਰਾਜੇ, ਮੰਨ ਲਓ ਮੈਕਰੋ ਹੁੰਦੇ ਕੀ ਹੈ ਵੀ ਜਿਹੜੀ ਚੀਜ਼ ਤੁਸੀਂ ਵਾਰ-ਵਾਰ ਰਿਪੀਟ ਕਰਦੇ ਆ, ਆਪਾਂ ਨੂੰ ਕੀ ਹੈ ਉਹਨੂੰ ਆਪਣੇ ਆਪ ਹੀ ਉਹ ਕੀ ਹੋ ਜਾਵੇ, ਟਾਈਪ ਹੋ ਜਾਵੇ। ਤਾਂ ਉਹਦੇ ਵਾਸਤੇ ਆਪਾਂ ਕੀ ਕਰਦੇ ਆ ਰਾਜੇ, ਆ ਜਿਹੜਾ ਵਿਊ ਮੈਨੂ ਹੈ, ਵਿਊ ਦੇ ਵਿੱਚ ਜਾਵਾਂਗੇ, ਇੱਥੇ ਮੈਕਰੋ ਪਏ ਹੁੰਦੇ ਆ। ਕੀ ਪਏ ਹੁੰਦੇ ਆ, ਮੈਕਰੋ। ਫਿਲਹਾਲ ਆਪਾਂ ਹਜੇ ਕੁਝ ਵੀ ਨਹੀਂ ਰਿਕਾਰਡ ਕੀਤਾ। ਮੈਕਰੋ ਨੂੰ ਪਹਿਲਾਂ ਕੀ ਕਰਨਾ ਪੈਂਦਾ, ਰਿਕਾਰਡ ਕਰਨਾ ਪੈਂਦਾ। ਜਾਂ ਤਾਂ ਵਿਊ ਦੇ ਵਿੱਚ ਜਾ ਕੇ ਡਾਇਰੈਕਟ ਮੈਕਰੋ ਖੋਲ ਲਓ, ਜਾਂ ਫਿਰ ਕੀ ਹੈ Alt+ F8 ਨੱਪ ਲਿਓ, ਜਿਹੜਾ ਕਿ ਤੁਹਾਨੂੰ ਕੁਐਸਚਨ ਪੁੱਛਿਆ ਗਿਆ। ਇਹ ਸ਼ਾਰਟਕਟ ਕੀ ਹੈ ਇਹਦੀ, ਠੀਕ ਹੈ, ਖੋਲਣ ਦੀ। ਤੇ ਮੈਨੂ ਕਿਹੜਾ, ਵਿਊ ਹੈ, ਟੈਬ ਕਿਹੜੀ ਹੈ, ਵਿਊ ਹੈ। ਹੁਣ ਮੈਂ ਮੈਕਰੋ ਰਿਕਾਰਡ ਕਰਨਾ, ਪਹਿਲਾਂ ਮੈਕਰੋ ਹਮੇਸ਼ਾ ਰਿਕਾਰਡ ਹੁੰਦੇ ਰਾਜੇ, ਬਾਅਦ ਦੇ ਵਿੱਚ ਆਪਾਂ ਇਹਨੂੰ ਕੀ ਹੈ ਇੰਪਲੀਮੈਂਟ ਕਰ ਸਕਦੇ ਹਾਂ। ਹੁਣ ਮੈਂ ਰਿਕਾਰਡ ਕਰਨਾ, ਤਾਂ ਮੈਂ ਮੈਕਰੋ ਦੇ ਉੱਪਰ ਜਾਊਂਗਾ, ਤਾਂ ਰਿਕਾਰਡ ਮੈਕਰੋ ਕਿਹੜੀ ਆਪਸ਼ਨ ਨੱਪੂੰਗਾ, ਰਿਕਾਰਡ ਮੈਕਰੋ। ਮੈਂ ਰਿਕਾਰਡ ਮੈਕਰੋ ਦੇ ਵਿੱਚ ਚਲਾ ਗਿਆ। ਇੱਥੇ ਦੋ ਬਟਨ ਆ ਗਏ, ਬਟਨ ਤੇ ਕੀਬੋਰਡ। ਤਾਂ ਮੈਂ ਆਪਣੇ ਆਪ ਇਹਦੀ ਸ਼ਾਰਟਕਟ ਕੀ ਕ੍ਰੀਏਟ ਕਰ ਸਕਦਾ। ਫਿਲਹਾਲ ਦੀ ਘੜੀ ਮੈਂ ਇੱਥੇ ਲਿਖ ਲੈਣਾ, ਮੈਕਰੋ ਦਾ ਨਾਮ ਕੀ ਲਿਖ ਲੈਣਾ, ਡੈਮੋ। ਤੇ ਮੈਂ ਸ਼ਾਰਟਕਟ ਕੀ ਕੀਬੋਰਡ ਤੋਂ ਕੀ ਕਰ ਲੂੰਗਾ, ਸਾਈਨ ਕਰ ਲੂੰਗਾ। ਇੱਕ ਗੱਲ ਧਿਆਨ ਨਾਲ ਰੱਖਿਓ, ਜੇ ਪਹਿਲਾਂ ਤੋਂ ਕੋਈ ਵਰਡ ਦੇ ਵਿੱਚ ਸ਼ਾਰਟਕਟ ਕੀ ਹੈਗੀ ਹੈ, ਤੁਸੀਂ ਉਹ ਨਹੀਂ ਲੈ ਸਕਦੇ। ਜਿਵੇਂ ਮੈਂ ਮੰਨ ਲਓ Ctrl+C ਲੈਣ ਦੀ ਕੋਸ਼ਿਸ਼ ਕਰਦਾ, ਮੈਂ ਕੰਟਰੋਲ ਕੀ ਨੱਪੀ +C ਨੱਪੀ, ਉਹ ਕਹਿੰਦਾ ਕਿ ਕਰੰਟਲੀ ਅਸਾਈਨਡ ਟੂ ਐਡਿਟ ਕਾਪੀ ਨੂੰ ਸਾਈਨ ਕੀਤੀ ਗਈ, ਤੁਸੀਂ ਇਹ ਕੀ ਨਹੀਂ ਲੈ ਸਕਦੇ। ਤਾਂ ਆਪਾਂ ਨੂੰ ਉਹ ਸ਼ਾਰਟਕਟ ਕੀ ਰੱਖਣੀ ਪਊਗੀ ਜਿਹੜੀ ਪਹਿਲਾਂ ਤੋਂ ਵਰਡ ਦੇ ਵਿੱਚ ਨਹੀਂ ਹੈਗੀ। ਤਾਂ ਮੈਂ ਸ਼ਾਰਟਕਟ ਕੀ ਰੱਖ ਲੈਣਾ, Ctrl+7 ਨੰਬਰ, ਠੀਕ ਹੈ। 7 ਨੰਬਰ ਕਿਹੜਾ ਕਿ ਸਿੰਪਲ 7 ਨੰਬਰ ਰੱਖ ਲਿਆ। ਤਾਂ ਉਹ ਕਹਿੰਦਾ ਕਰੰਟਲੀ ਅਨਅਸਾਈਨਡ, ਮਤਲਬ ਕਿ ਆਪਾਂ ਨੂੰ ਸਾਈਨ ਹੋ ਗਈ ਹੈ ਵੀ ਵਰਡ ਦੇ ਵਿੱਚ ਪਹਿਲਾਂ ਤੋਂ ਸਾਈਨ ਨਹੀਂ ਸੀਗੀ। ਤਾਂ ਸ਼ਾਰਟਕਟ ਕੀ ਰੱਖਣ ਦਾ ਫਾਇਦਾ ਇਹ ਹੁੰਦਾ ਵੀ ਆਪਾਂ ਨੂੰ ਵਾਰ-ਵਾਰ ਉਹਨੂੰ ਕੀ ਹੈ ਡਾਇਰੈਕਟ ਮੈਕਰੋ ਨੂੰ ਰਨ ਕਰਾ ਸਕਦੇ ਆ, ਅਦਰਵਾਈਜ਼ ਮੈਕਰੋ ਦੇ ਵਿੱਚ ਜਾ ਕੇ ਰਨ ਕਰਨਾ ਪਊਗਾ। ਤਾਂ ਮੈਂ ਸ਼ਾਰਟਕਟ ਕੀ ਰੱਖ ਲਈ, ਅਸਾਈਨ ਹੋ ਗਿਆ। ਜਦੋਂ ਮੈਂ ਸਾਈਨ ਕਰੂੰਗਾ ਤਾਂ ਇੱਥੇ ਤੁਸੀਂ ਦੇਖਿਓ ਇਸ ਵਿੰਡੋ ਨੂੰ ਜਦੋਂ ਮੈਂ ਕਲੋਜ਼ ਕਰੂੰਗਾ, ਆ ਦੇਖੋ ਇੱਕ ਕੈਸਟ ਬਣੀ ਆ ਗਈ। ਆ ਦੇਖੋ ਜਿੱਥੇ ਮੇਰਾ ਮਾਊਸ ਹੈ ਨਾ, ਉਹਦੇ ਨਾਲ ਇੱਕ ਕੈਸਟ ਬਣੀ ਆ। ਕੈਸਟ ਸਮਝਦੇ ਹੋ, ਪੁਰਾਣੀ ਜਿਹੜੀ ਰੀਲ ਹੁੰਦੀ ਸੀ ਜਿਹਨੂੰ ਆਪਾਂ ਮੈਗਨੈਟਿਕ ਟੇਪ ਕਹਿੰਦੇ ਆ। ਹੁਣ ਜੋ ਵੀ ਮੈਂ ਕੁਝ ਇੱਥੇ ਲਿਖੂੰਗਾ, ਦੇਖੋ ਮੈਂ ਮੰਨ ਲਓ ਇੱਥੇ ਕੀ ਆ ਫੌਂਟ ਸਾਈਜ਼ ਦੇਤਾ 36। ਮੈਂ ਇੱਥੇ ਲਿਖ ਦਿੰਦਾ ਹੈਲੋ ਡੀਅਰ ਸਟੂਡੈਂਟਸ, ਠੀਕ ਹੈ, ਹੈਲੋ ਡੀਅਰ ਸਟੂਡੈਂਟਸ। ਇਹ ਕੀ ਹੋ ਗਿਆ ਮੇਰਾ, ਇੱਥੇ ਮੈਂ ਕੀ ਕਰਤਾ, ਇਹ ਰਿਕਾਰਡ ਹੋ ਰਿਹਾ ਮੇਰਾ। ਜਿੰਨਾ ਮਰਜ਼ੀ ਰਿਕਾਰਡ ਕਰ ਲਓ, ਜਿੰਨੀਆਂ ਮਰਜ਼ੀ ਲੈਣਾ ਕਰ ਲਓ, ਚਾਹੇ 2 ਪੇਜ ਕਰ ਲਓ, 10 ਪੇਜ ਕਰ ਲਓ। ਮੈਂ ਫਿਲਹਾਲ ਤੁਹਾਨੂੰ ਸਮਝਾਉਣ ਵਾਸਤੇ ਇੱਕ ਲਾਈਨ ਰਿਕਾਰਡ ਕਰ ਲਈ। ਇੱਥੇ ਕੀ ਹੈ ਮੇਰਾ ਮੈਕਰੋ ਕੀ ਹੈ, ਰਿਕਾਰਡ ਹੋ ਰਿਹਾ। ਹੁਣ ਮੈਕਰੋ ਨੂੰ ਮੈਂ ਕੀ ਕਰੂੰਗਾ, ਉੱਥੇ ਜਾ ਕੇ ਕੀ ਕਰ ਦੂੰਗਾ, ਸਟਾਪ ਰਿਕਾਰਡਿੰਗ ਕਰ ਦੂੰਗਾ। ਬਸ ਮੈਂ ਇੰਨਾ ਕੀ ਕਰਨਾ, ਠੀਕ ਹੈ। ਇਹ ਹੁਣ ਮੇਰਾ ਕੀ ਹੋ ਗਿਆ, ਰਿਕਾਰਡ ਹੋ ਗਿਆ ਮੈਕਰੋ। ਹੁਣ ਸਪੋਜ਼ ਕਰੋ ਕਿ ਮੈਂ ਨਵੀਂ ਇੱਕ ਫਾਈਲ ਲੈਣਾ ਹੈ, ਬਲੈਂਕ ਡਾਕੂਮੈਂਟ ਲੈਣਾ ਹੈ, ਕਿ ਮੈਂ 10 ਜਗ੍ਹਾ ਤੇ 10 ਵਾਰੀ ਹੈਲੋ ਡੀਅਰ ਸਟੂਡੈਂਟ ਲਿਖਣਾ ਹੈ। ਹਰੇਕ ਸਟੂਡੈਂਟ ਨੂੰ ਕੀ ਕਰਨਾ, ਮੈਂ ਵੈਲਕਮ ਕਰਨਾ ਆਪਣੀ ਐਪ ਦੇ ਉੱਪਰ। ਤਾਂ ਮੈਂ ਕੀ ਕਰੂੰਗਾ, ਜਾਂ ਤਾਂ ਤੁਸੀਂ ਵਿਊ ਦੇ ਵਿੱਚ ਜਾ ਕੇ ਕੀ ਹੈ ਮੈਕਰੋ ਨੂੰ ਡਾਇਰੈਕਟ ਰਨ ਕਰਾ ਦਿਓ। ਤੁਸੀਂ ਵੇਖ ਵੀ ਸਕਦੇ ਹੋ ਆਪਣਾ ਮੈਕਰੋ, ਆ ਆਪਣਾ ਮੈਕਰੋ ਸੀਗਾ ਡੈਮੋ ਨਾਮ ਦਾ, ਪਰ ਆਪਾਂ ਸ਼ਾਰਟਕਟ ਕੀ ਰੱਖੀ ਸੀ ਉਹਦੀ, Ctrl+7। ਹੁਣ ਮੈਂ ਨੱਪਣ ਲੱਗਾ Ctrl+, ਜਦੋਂ ਮੈਂ 7 ਨੱਪੂੰਗਾ, ਜਿੰਨਾ ਮੈਕਰੋ ਆਪਾਂ ਰਿਕਾਰਡ ਕੀਤਾ ਸੀ ਉਹ ਕੀ ਆ ਜਾਊਗਾ, ਇੱਥੇ ਆ ਜਾਊਗਾ। ਦੇਖੋ ਆ ਗਿਆ ਨਾ ਆਪਣੇ ਆਪ। ਮੈਂ ਫੇਰ ਐਂਟਰ ਕਰਦਾ, ਫਿਰ ਮੈਂ Ctrl+7 ਨੱਪਦਾ, ਫਿਰ ਆ ਗਿਆ। ਦੇਖੋ ਜਿੰਨੀ ਵਾਰੀ ਮਰਜ਼ੀ ਕਰੀ ਜਾਓ। ਤਾਂ ਇਹ ਬੇਸਿਕਲੀ ਹੁੰਦਾ ਹੈ ਕੰਮ ਨੂੰ ਫਾਸਟ ਕਰਨ ਵਾਸਤੇ, ਜਾਂ ਜਿਹੜੀਆਂ ਰਿਪੀਟਡ ਸਟੇਟਮੈਂਟਸ ਹੁੰਦੀਆਂ ਵਾਰ-ਵਾਰ, ਉਹਨੂੰ ਕੀ ਕਰਨ ਵਾਸਤੇ, ਚਲਾਉਣ ਵਾਸਤੇ ਹੁੰਦਾ ਹੈ। ਇਹਦੇ ਵਿੱਚ ਜੇ ਤੁਸੀਂ ਬੈਕਗ੍ਰਾਉਂਡ ਦੇ ਵਿੱਚ ਕੋਈ ਲੋਗੋ ਲਗਾਓਗੇ, ਜੋ ਮਰਜ਼ੀ ਤੁਸੀਂ ਫਾਰਮੈਟਿੰਗ ਕਰੋਗੇ, ਜੋ ਮਰਜ਼ੀ ਰਿਕਾਰਡ ਕਰ ਲਓ, ਉਹਨੂੰ ਵਾਰ-ਵਾਰ ਟਾਈਪ ਕਰਨ ਦੀ ਜ਼ਰੂਰਤ ਨਹੀਂ ਪਊਗੀ। ਉਹਦੀ ਮਤਲਬ ਕਿ ਸ਼ਾਰਟਕਟ ਕੀ ਤੁਸੀਂ ਕ੍ਰੀਏਟ ਕਰ ਲਓਗੇ, ਤਾਂ ਵਾਰ-ਵਾਰ ਮੈਕਰੋ ਕੀ ਹੈ ਚੱਲਦਾ ਰਹੂਗਾ। ਆਈ ਹੋਪ ਤੁਹਾਨੂੰ ਮੈਕਰੋ ਸਮਝ ਆ ਗਿਆ ਹੋਊਗਾ ਰਾਜੇ। ਬਹੁਤ ਵਧੀਆ ਢੰਗ ਨਾਲ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਆਪਣਾ ਮੈਕਰੋ ਕੀ ਹੋ ਗਿਆ, ਕੰਪਲੀਟ ਹੋ ਗਿਆ। ਹੁਣ ਆਪਾਂ ਚੱਲਦੇ ਹਾਂ ਸਲਾਈਡ ਦੇ ਉੱਪਰ, ਜਿੱਥੋਂ ਸਲਾਈਡ ਛੱਡੀ ਸੀਗੀ ਉੱਥੋਂ ਹੀ ਆਪਾਂ ਦੇਖਦੇ ਹਾਂ, ਠੀਕ ਹੈ। ਤਾਂ ਆਹ ਦੇਖੋ ਜੀ, ਹੁਣ ਕਹਿੰਦਾ ਸ਼ਾਰਟਕਟ ਕੀ ਕਿਹੜੀ ਆ ਮੈਕਰੋ ਦੀ, ਤਾਂ ਤੁਹਾਨੂੰ ਮੈਂ ਹੁਣੇ ਦੱਸ ਕੇ ਹਟਿਆ, ਤੁਹਾਨੂੰ ਮੈਂ ਦਿਖਾ ਵੀ ਦਿੱਤੀ Alt+F8। ਮੈਕਰੋ ਹੁੰਦਾ ਕੀ ਹੈ ਤੁਹਾਨੂੰ ਮੈਂ ਚਲਾ ਕੇ ਵੀ ਦਿਖਾਤਾ। ਤੁਸੀਂ ਵਰਡ ਦੇ ਵਿੱਚ ਚਲਾ ਕੇ ਦੇਖ ਲਿਓ, ਐਕਸਲ ਤੇ ਉਹ ਪਾਵਰ ਪੁਆਇੰਟ ਵਾਲਾ ਫੇਰ ਕਿਸੇ ਦਿਨ ਮੈਂ ਚਲਾ ਕੇ ਦਿਖਾ ਦੂੰਗਾ, ਉਹ ਕੋਡਿੰਗ ਦੇ ਥਰੂ ਚੱਲਦਾ ਹੈ। ਵੈਸੇ ਉਹਦੀ ਜ਼ਰੂਰਤ ਨਹੀਂ ਹੈਗੀ, ਤੁਹਾਨੂੰ ਸਮਝ ਆਉਣਾ ਚਾਹੀਦਾ ਵੀ ਮੈਕਰੋ ਹੁੰਦਾ ਕੀ ਹੈ। ਓਕੇ ਹੈ ਜੀ, ਨੈਕਸਟ ਮੂਵ ਕਰਦੇ ਹਾਂ। ਅੱਛਾ ਇਹ ਵੀ ਯਾਦ ਰੱਖ ਲਿਓ, ਕਿਹੜੀ ਵਿਊ ਟੈਬ ਦੇ ਵਿੱਚ, ਕਿਹੜੀ ਟੈਬ ਦੇ ਵਿੱਚ ਹੁੰਦਾ ਹੈ, ਤਾਂ ਵਿਊ ਟੈਬ ਦੇ ਵਿੱਚ ਹੁੰਦਾ ਹੈ ਰਾਜੇ। ਇਹ ਵੀ ਯਾਦ ਰੱਖਣਾ ਤੁਸੀਂ। ਅੱਗੇ ਚੱਲਦੇ ਹਾਂ ਜੀ, ਬਹੁਤ ਸੌਖਾ ਕੁਐਸਚਨ ਹੈ। ਕਹਿੰਦਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਫॉर ਦਾ ਸਿਸਟਮ ਸੌਫਟਵੇਅਰ। ਅੱਛਾ ਜੀ, ਸਿਸਟਮ ਸੌਫਟਵੇਅਰ ਕਹਿੰਦਾ ਇਟ ਇਜ਼ close to the system, it is easy to design, it is slow in speed, it is close to user।
ਤਾਂ ਜਿਹੜਾ ਸਿਸਟਮ ਸੌਫਟਵੇਅਰ ਹੁੰਦਾ ਰਾਜੇ ਸਭ ਤੋਂ ਜ਼ਿਆਦਾ ਕਲੋਜ਼ ਕਿਹਦੇ ਹੁੰਦਾ ਰਾਜੇ, ਉਹ ਸਿਸਟਮ ਦੇ ਕਲੋਜ਼ ਹੁੰਦਾ ਹੈ। ਠੀਕ ਹੈ, ਸਿਸਟਮ ਦਾ ਮਤਲਬ ਕੌਣ, ਕੰਪਿਊਟਰ। ਤੇ ਯੂਜ਼ਰ ਦੇ ਸਭ ਤੋਂ ਜ਼ਿਆਦਾ ਕਲੋਜ਼ ਕਿਹੜਾ ਹੁੰਦਾ, ਐਪਲੀਕੇਸ਼ਨ ਸੌਫਟਵੇਅਰ ਜਿਹਨੂੰ ਆਪਾਂ ਐਪ ਕਹਿੰਦੇ ਆ। ਤਾਂ ਸਭ ਤੋਂ ਜ਼ਿਆਦਾ ਕਲੋਜ਼ ਜਿਹੜਾ ਸਿਸਟਮ ਸੌਫਟਵੇਅਰ ਦਾ ਨਾਮ ਹੀ ਕੀ ਹੈ, ਦੇਖੋ ਆਪਰੇਟਿੰਗ ਸਿਸਟਮ ਜਿਹੜਾ ਆਪਰੇਟ ਕਰਦਾ ਸਿਸਟਮ ਨੂੰ, ਤੇ ਸਿਸਟਮ ਸੌਫਟਵੇਅਰ ਕੀ ਹੋ ਗਿਆ, ਸਿਸਟਮ ਦਾ ਮੇਨ ਸੌਫਟਵੇਅਰ ਜਿਹੜਾ ਬਿਲਕੁਲ ਕਲੋਜ਼ ਹੋਊਗਾ ਸਿਸਟਮ ਦੇ, ਜਿਹੜਾ ਕਿ 0 ਤੇ 1 ਦੀ ਫਾਰਮ ਦੇ ਵਿੱਚ ਕੰਮ ਕਰੂਗਾ ਬਾਈਨਰੀ ਦੇ ਵਿੱਚ। ਠੀਕ ਹੈ ਜੀ, ਕਲੀਅਰ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਕਹਿੰਦਾ ਵਿਚ ਆਫ ਥੀਸ ਇਜ਼ ਨਾਟ ਐਨ ਐਗਜ਼ਾਮਪਲ ਆਫ ਦਾ ਇਨਪੁਟ ਡਿਵਾਈਸ। ਤਾਂ ਵਾਰ-ਵਾਰ ਦੇਖੋ ਇੱਕ ਕੁਐਸਚਨ, ਤੁਸੀਂ ਇੱਕ ਪੈਟਰਨ ਫੋਲੋ ਕਰਕੇ ਦੇਖੋ। ਸਪੈਸ਼ਲ ਮੈਂ ਗੱਲ ਕਰ ਰਿਹਾ ਇੱਥੇ PSPCL ਵਾਲੇ ਬੱਚਿਆਂ ਦੀ ਗੱਲ ਕਰ ਰਿਹਾ, ਜਾਂ ਫਿਰ ਮੈਂ ਚਲੋ ਪੰਜਾਬ ਪੁਲਿਸ ਵਾਲੀ ਦੀ ਗੱਲ ਕਰ ਲਓ, ਕਿਉਂਕਿ TCS ਨੇ ਪੇਪਰ ਲੈਣਾ। TCS ਦੇਖੋ ਸਾਰੇ ਪੇਪਰਾਂ ਦੇ ਵਿੱਚ ਇੱਕ ਪੈਟਰਨ ਫੋਲੋ ਕਰ ਰਹੀ ਹੈ। ਇੱਕ ਕੁਐਸਚਨ ਸਾਈਬਰ ਲਾਅ ਤੋਂ ਪੁੱਛ ਰਹੀ ਹੈ, ਇੱਕ ਕੁਐਸਚਨ ਸ਼ਾਰਟਕਟ ਕੀ ਤੋਂ ਪੁੱਛ ਰਹੀ ਹੈ, ਮੈਕਰੋ ਤੋਂ ਪੁੱਛ ਰਹੀ ਹੈ, ਇਨਪੁਟ ਡਿਵਾਈਸ ਤੋਂ, ਆਊਟਪੁੱਟ ਡਿਵਾਈਸ ਤੋਂ ਪੁੱਛ ਰਹੀ ਹੈ। ਤਾਂ ਦੇਖੋ ਸਮਾਰਟ ਵਰਕ ਇਹੀ ਹੁੰਦਾ ਕਿ ਐਗਜ਼ਾਮੀਨਰ ਦੀ ਨਬਜ਼ ਫੜਨੀ ਹੁੰਦੀ ਆਪਾਂ ਵੀ ਉਹ ਕਿੱਥੋਂ ਪੁੱਛਦਾ ਹੈ। ਹੁਣ ਕਈ ਵਾਰੀ ਬੱਚੇ ਮੈਨੂੰ ਕਹਿ ਦਿੰਦੇ ਆ ਸਰ ਜੀ ਪੇਪਰ ਤੁਸੀਂ ਸੈੱਟ ਕਰਦੇ ਹੋ ਕਿਉਂਕਿ ਤੁਹਾਡਾ ਪੜਾਇਆ ਸਾਰਾ ਪੇਪਰ ਆ ਜਾਂਦਾ ਹੈ। ਤਾਂ ਰਾਜੇ ਇੱਕ ਐਕਸਪੀਰੀਅੰਸ ਹੀ ਹੁੰਦਾ, ਇੱਕ ਨਬਜ਼ ਫੜਨਾ ਹੀ ਹੁੰਦਾ, ਇੱਕ ਤਰੀਕਾ ਹੀ ਹੁੰਦਾ ਵੀ ਐਗਜ਼ਾਮੀਨਰ ਕਿੱਥੋਂ ਪੁੱਛ ਸਕਦਾ, ਕਿਹੜੇ ਏਰੀਆ ਤੋਂ ਪੁੱਛ ਸਕਦਾ। ਬਸ ਆਪਾਂ ਅੱਜ ਕੱਲ ਦਾ ਜ਼ਮਾਨਾ ਕੀ ਹੈ, ਸਮਾਰਟ ਵਰਕ ਦਾ ਹੈ। ਦੇਖੋ ਮਿਹਨਤ ਕਹਿੰਦੇ ਉਹ ਗਧੇ ਘੋੜੇ ਵਾਲੀ ਮਿਹਨਤ ਦੇ ਵਿੱਚ ਫਰਕ ਹੁੰਦਾ, ਮਿਹਨਤ ਦੋਨੇ ਹੀ ਕਰਦੇ ਆ, ਪਰ ਆਪਾਂ ਕੀ ਹੈ ਸਮਾਰਟ ਵਰਕ ਕਰਨਾ ਹੈ। ਕਹਿੰਦਾ ਕਿਹੜਾ ਨੋਟ ਐਗਜ਼ਾਮਪਲ ਆਫ ਇਨਪੁਟ ਡਿਵਾਈਸ ਦੀ ਐਗਜ਼ਾਮਪਲ ਕਿਹੜਾ ਨਹੀਂ ਹੈਗਾ ਰਾਜੇ, ਤੁਹਾਨੂੰ ਪਤਾ ਹੈ ਸਕੈਨਰ, ਕੀਬੋਰਡ ਤੇ ਮਾਊਸ ਤਾਂ ਹੈਗੇ ਇਨਪੁਟ ਹੈ, ਲੇਕਿਨ ਜਿਹੜਾ ਪ੍ਰਿੰਟਰ ਹੈਗਾ ਰਾਜੇ ਕੀ ਹੈ, ਆਊਟਪੁੱਟ ਡਿਵਾਈਸ ਹੈ, ਜਿਹੜਾ ਕਿ ਸੌਫਟ ਕਾਪੀ ਨੂੰ ਕਿਹਦੇ ਵਿੱਚ ਕਨਵਰਟ ਕਰ ਦਿੰਦਾ ਹੈ, ਹਾਰਡ ਕਾਪੀ ਦੇ ਵਿੱਚ। ਕਿਹਦੇ ਵਿੱਚ ਕਰ ਦਿੰਦਾ ਹੈ, ਹਾਰਡ ਕਾਪੀ ਦੇ ਵਿੱਚ ਕਰ ਦਿੰਦਾ, ਯਾਦ ਰੱਖ ਲਿਓ। ਅੱਗੇ ਚੱਲਦੇ ਹਾਂ ਜੀ। ਆਹ ਕੁਐਸਚਨ ਤੁਹਾਨੂੰ ਆਉਣਾ ਚਾਹੀਦਾ ਕਿਉਂਕਿ ਮੈਂ ਸਾਰਾ ਕੁਝ ਕਰਾ ਚੁੱਕਿਆ। ਇਹਦੀ ਫੁੱਲ ਫਾਰਮ ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਫੁੱਲ ਫਾਰਮ ਆਫ LCD। ਮੈਂ ਤੁਹਾਨੂੰ CRT ਦੀ ਵੀ ਕਰਾਤੀ, ਕੈਥੋਡ ਰੇ ਟਿਊਬ ਵੀ ਕਰਵਾਤਾ, LCD ਦੀ ਵੀ ਕਰਵਾਤੀ, LED ਦੀ ਵੀ ਕਰਾਤੀ, ਲਾਈਟ ਐਮਿਟਿੰਗ ਡਾਇਡ ਦੀ ਵੀ ਕਰਾਤੀ, OLED ਦੀ ਵੀ ਕਰਵਾਤੀ। ਠੀਕ ਹੈ, ਆਰਗੈਨਿਕ। ਠੀਕ ਹੈ ਜੀ, ਤੁਹਾਨੂੰ ਮੈਂ TFT ਦੀ ਵੀ ਕਰਾਤੀ, ਥਿਨ ਫਿਲਮ ਟ੍ਰਾਂਜ਼ਿਸਟਰ। ਠੀਕ ਹੈ, ਮੈਂ ਕਹਿਣ ਤੋਂ ਬਾਅਦ ਸਾਰੇ ਕਰਾਤੇ। ਤੇ LCD ਤੁਸੀਂ ਦੱਸ ਸਕਦੇ ਹੋ ਕਿਉਂਕਿ ਤੁਸੀਂ ਵਾਰ-ਵਾਰ ਪੜ੍ਹੀ ਹੋਈ ਆ, ਮੈਂ ਬੋਲਿਆ ਵੀ ਹੋਇਆ। ਤਾਂ ਇਹ ਹੈਗਾ ਜੀ ਲਿਕੁਇਡ ਕ੍ਰਿਸਟਲ ਡਿਸਪਲੇ। ਅੱਗੇ ਚੱਲਦੇ ਆ ਜੀ। ਕਹਿੰਦਾ ਡੈਸ਼ ਇਜ਼ ਦਾ ਪ੍ਰੋਸੈਸਿੰਗ ਆਫ ਯੂਟਿਲਾਈਜ਼ਿੰਗ ਏ ਰੀਜਨ ਆਫ ਦਾ ਫਾਸਟ ਮੈਮਰੀ ਫॉर ਏ ਲਿਮਿਟਿਡ ਡਾਟਾ ਐਂਡ ਪ੍ਰੋਸੈਸ। ਤਾਂ ਗੱਲ ਕਰਦੇ ਆ ਜੀ ਹੁਣ ਇਹ ਕੈਸ਼ੇ ਮੈਮਰੀ ਦੀ ਗੱਲ ਕਰ ਰਿਹਾ ਇੱਥੇ। ਕੈਸ਼ੇ ਮੈਮਰੀ ਹੁੰਦੀ ਕੀ ਹੈ, ਜੇ ਮੈਂ ਗੱਲ ਕਰਾਂ ਰਾਜੇ ਮੇਨ ਮੈਮਰੀ ਕਿਹੜੀ ਹੁੰਦੀ ਆਪਣੇ ਕੋਲੇ, ਰੈਮ ਤੇ ਰੋਮ। ਠੀਕ ਹੈ, ਮੇਨ ਗੱਲ ਕਰਦੇ ਆਪਾਂ ਰੈਮ ਦੀ। CPU ਦੇ ਵਿੱਚ ਕੀ ਹੁੰਦਾ ਰਾਜੇ, ਮੇਨ ਮਾਈਕਰੋ ਪ੍ਰੋਸੈਸਰ ਦੀ ਗੱਲ ਕਰਦੇ ਆ ਆਪਾਂ, ਮਾਈਕਰੋ ਪ੍ਰੋਸੈਸਰ ਜਿਹੜਾ ਕੀ ਪ੍ਰੋਸੈਸ ਕਰਦਾ, ਇਹਦੇ ਨਾਲ ਹੀ ਰਜਿਸਟਰ ਮੈਮਰੀ ਵੀ ਹੁੰਦੀ ਹੈ। ਹੁਣ ਗੱਲ ਕਰਦੇ ਆ ਜੀ, ਦੇਖੋ ਜਦੋਂ ਵੀ ਕੋਈ ਚੀਜ਼ ਓਪਨ ਹੋਣੀ ਹੈ ਰਾਜੇ, ਜਿਵੇਂ ਮੰਨ ਲਓ ਇਹ ਹਾਰਡ ਡਿਸਕ ਹੈ, ਕਿਉਂਕਿ ਪਰਮਾਨੈਂਟ ਆਪਣਾ ਡਾਟਾ ਕਿੱਥੇ ਸਟੋਰ ਹੁੰਦਾ ਹੈ, ਹਾਰਡ ਡਿਸਕ ਤੇ ਹੁੰਦਾ ਹੈ। ਕਿੱਥੇ ਹੁੰਦਾ ਹੈ, ਹਾਰਡ ਡਿਸਕ ਤੇ। ਮੰਨ ਲਓ ਇਹ ਕੋਈ ਫਾਈਲ ਪਈ ਹੈ, ਜਦੋਂ ਫਾਈਲ ਇਹ ਖੁੱਲ ਰਹੀ ਹੈ, ਮੰਨ ਲਓ ਰੈਮ 'ਚ ਜਾ ਕੇ ਖੁੱਲਦੀ ਹੈ, ਇਹ ਫਾਈਲ ਇੱਥੇ ਖੁੱਲ ਗਈ। ਫਾਈਲ ਖੁੱਲਣ ਤੋਂ ਬਾਅਦ ਕੀ ਜਾਊਗੀ, ਪ੍ਰੋਸੈਸਿੰਗ ਵਾਸਤੇ ਜਾਊਗੀ CPU ਦੇ ਕੋਲੇ। ਠੀਕ ਹੈ, ਪ੍ਰੋਸੈਸਿੰਗ ਵਾਸਤੇ ਚਲੀ ਗਈ। ਇੱਕ ਫਾਈਲ ਮੈਂ ਹੋਰ ਖੋਲ ਲਈ, ਮੰਨ ਲਓ ਕਿ ਮੈਂ MP3 Song ਖੋਲ ਲਿਆ, ਉਹ ਵੀ ਇੱਥੇ ਚਲਾ ਜਾਊਗਾ। ਉਹ ਪ੍ਰੋਸੈਸਿੰਗ ਵਾਸਤੇ ਕਿੱਥੇ ਜਾਊਗਾ, ਇੱਥੇ ਜਾਊਗਾ। ਤਾਂ ਹੁਣ ਕੀ ਹੈ, ਵਾਰ-ਵਾਰ ਸਵਿਚ ਕਰੂਗਾ, ਇਹ ਪਹਿਲੇ ਪ੍ਰੋਸੈਸ ਨੂੰ ਵਾਪਸ ਭੇਜੂਗਾ ਰੈਮ ਦੇ ਕੋਲੇ। ਠੀਕ ਹੈ, ਰੈਮ ਦੇ ਕੋਲੇ ਭੇਜੂਗਾ, ਰੈਮ ਫਿਰ ਵਾਪਸ ਭੇਜੂਗਾ ਹਾਰਡ ਡਿਸਕ ਕੋਲੇ। ਤਾਂ ਦੇਖੋ ਵਾਰ-ਵਾਰ ਜੇ ਰੈਮ ਨੂੰ ਉਹ ਚੀਜ਼ ਇੱਥੋਂ ਹਾਰਡ ਡਿਸਕ ਤੋਂ ਚੱਕ ਕੇ ਲੈ ਕੇ ਆਉਣੀ ਪੈਂਦੀ ਹੈ, ਤੇ ਰਜਿਸਟਰ ਨੂੰ ਚੱਕ ਕੇ ਲੈ ਕੇ ਆਉਣੀ ਪੈਂਦੀ ਹੈ ਰੈਮ ਦੇ ਵਿੱਚੋਂ, ਤਾਂ ਲੰਬਾ ਪ੍ਰੋਸੈਸ ਹੋ ਜਾਂਦਾ ਹੈ। ਤਾਂ ਮਾਈਕਰੋ ਪ੍ਰੋਸੈਸਰ ਕੀ ਕਰਦਾ ਹੈ, ਕਹਿੰਦਾ ਵੀ ਉਹ ਵਾਰ-ਵਾਰ ਰੈਮ ਕੋਲੇ ਅਪਰੋਚ ਕਰਨ ਦੀ ਬਜਾਏ ਸੈਂਟਰ ਦੇ ਵਿੱਚ ਇੱਕ ਛੋਟੀ ਜੀ ਫਾਸਟ ਮੈਮਰੀ ਰੱਖ ਦਿੰਦਾ, ਜਿਹਦੀ ਸਾਈਜ਼ ਘੱਟ ਹੁੰਦਾ, ਇੱਕ ਡੁਪਲੀਕੇਟ ਕਾਪੀ ਜਨਰੇਟ ਕਰ ਦਿੰਦਾ ਹੈ। ਕੀ ਕਰ ਦਿੰਦਾ, ਡੁਪਲੀਕੇਟ ਕਾਪੀ ਜਨਰੇਟ ਕਰ ਦਿੰਦਾ। ਉਹਦਾ ਕਾਰਨ ਕੀ ਹੈ ਡੁਪਲੀਕੇਟ ਕਾਪੀ ਜਨਰੇਟ ਕਰਨ ਦਾ, ਉਹਦਾ ਕਾਰਨ ਇਹ ਹੈ ਕਿ ਮੰਨ ਲਓ ਜਿਹੜੀ ਮੈਂ ਫਸਟ ਟਾਈਮ ਫਾਈਲ ਖੋਲੀ ਸੀਗੀ ਹਾਰਡ ਡਿਸਕ ਦੇ ਵਿੱਚੋਂ, ਉਹ ਇੱਥੇ ਮੇਨ ਮੈਮਰੀ 'ਚ ਵੀ ਪਈ ਹੋਊਗੀ ਤੇ ਉਹਦੀ ਇੱਕ ਕਾਪੀ ਇੱਥੇ ਵੀ ਪਈ ਹੋਊਗੀ। ਜਦੋਂ ਮੈਂ ਇੱਥੇ ਇਹਨੂੰ ਪ੍ਰੋਸੈਸ ਕਰ ਰਿਹਾ, ਉਸ ਫਾਈਲ ਨੂੰ ਪ੍ਰੋਸੈਸ ਕਰ ਰਿਹਾ, ਤੇ ਦੂਸਰੀ ਫਾਈਲ ਜਦੋਂ ਆ ਜਾਊਗੀ ਤਾਂ ਇਹ ਕੀ ਹੈ, ਕੁਝ ਦੇਰ ਵਾਸਤੇ ਇੱਥੇ ਪਈ ਹੋਊਗੀ ਤਾਂ ਇੱਥੋਂ ਹੀ ਚੱਕ ਲਊਗਾ। ਤਾਂ ਕਹਿਣ ਦਾ ਮਤਲਬ ਕੀ ਹੈ, ਪ੍ਰੋਸੈਸਿੰਗ ਕੀ ਹੋ ਜਾਊਗੀ, ਮੇਰੀ ਫਾਸਟ ਹੋ ਜਾਊਗੀ, ਮੈਂ ਯੂਟਿਲਾਈਜ਼ ਜ਼ਿਆਦਾ ਕਰ ਪਾਊਂਗਾ CPU ਨੂੰ। ਠੀਕ ਹੈ, ਤਾਂ ਕਹਿਣ ਦਾ ਮਤਲਬ ਸਿਰਫ ਫਾਸਟ ਕਰਨ ਵਾਸਤੇ ਇੱਕ ਜਿਹੜੀ ਮੈਮਰੀ ਲਾਏ ਕਰਦੀ ਹੈ CPU ਤੇ ਮੇਨ ਮੈਮਰੀ ਦੇ ਵਿਚਕਾਰ, ਉਹਨੂੰ ਕਹਿ ਦਿੰਦੇ ਆ ਕੈਸ਼ੇ ਮੈਮਰੀ। ਤਾਂ ਇਹਨੂੰ ਕਹਿ ਦਿੰਦੇ ਆ ਰਾਜੇ ਕੈਸ਼ਿੰਗ। ਠੀਕ ਹੈ, ਵੈਸੇ ਤਾਂ ਮੈਂ ਬਹੁਤ ਵਧੀਆ ਐਗਜ਼ਾਮਪਲ ਸਮਝਾਈ ਹੋਈ ਹੈ ਉੱਥੇ YouTube ਤੇ, ਪਟਵਾਰੀ ਵਾਲੀ ਸਮਝਾਈ ਹੋਈ ਹੈ, ਪਰ ਫਿਰ ਜੇ ਚਲੋ ਮੈਂ ਇੱਕ ਵਾਰੀ ਹੋਰ ਸਮਝਾ ਦਿੰਦਾ, ਕਈ ਵਾਰੀ ਬੱਚਿਆਂ ਨੂੰ ਸਮਝ ਨਹੀਂ ਆਉਂਦੀ, ਤੁਹਾਨੂੰ ਮੈਂ ਦੱਸ ਦਿੰਦਾ। ਮੰਨ ਲਓ ਤੁਸੀਂ ਕਲਰਕ ਲੱਗ ਗਏ, ਪਟਵਾਰੀ ਲੱਗ ਗਏ, ਜੋ ਤੁਹਾਡੀ ਸੁਪਨੇ ਆ ਤੁਸੀਂ ਪੂਰੇ ਹੋਣ। ਮੰਨ ਲਓ ਮੈਂ ਕੀ ਆ ਕਲਰਕ ਲੱਗ ਗਿਆ ਜਾਂ ਪਟਵਾਰੀ ਲੱਗ ਗਿਆ, ਆ ਮੈਨੂੰ ਇੱਕ ਕੀ ਮਿਲ ਜੂਗਾ, ਟੇਬਲ ਮਿਲ ਜੂਗਾ ਰਾਜੇ। ਇੱਥੇ ਮੇਰੀ ਚੇਅਰ ਹੋਊਗੀ, ਇੱਥੇ ਮੈਂ ਬੈਠਾ ਹੋਊਗਾ। ਠੀਕ ਹੈ, ਲੱਗੇ ਜੀ ਆਪਾਂ। ਇੱਥੇ ਆਪਣੀਆਂ ਕੀ ਹੋਣਗੀਆਂ, ਇੱਥੇ ਫਾਈਲ ਦੇ ਉੱਪਰ ਮੈਂ ਕੀ ਕਰ ਰਿਹਾ ਹੋਊਗਾ, ਕੰਮ ਕਰ ਰਿਹਾ ਹੋਊਗਾ। ਇਹ ਮੇਰਾ ਕੀ ਹੈ, ਡਰਾਅਰ ਹੈ। ਠੀਕ ਹੈ, ਜਿਹੜਾ ਮੇਰਾ ਟੇਬਲ ਹੈ ਉਹਦਾ ਕੀ ਹੈ, ਡਰਾਅਰ ਹੈ। ਠੀਕ ਹੈ, ਇਹ ਟੇਬਲ ਵਧੀਆ ਜਿਹਾ ਬਣਾ ਦਿੰਦੇ ਆ। ਇੱਕ ਮੈਨੂੰ ਅਲਮੀਰਾ ਮਿਲੂਗੀ ਜਿੱਥੇ ਕਿ ਮੈਂ ਆਪਣਾ ਰਿਕਾਰਡਡ ਫਾਈਲਾਂ ਰੱਖੂੰਗਾ। ਇੱਥੇ ਮੇਰੀਆਂ ਫਾਈਲਾਂ ਪਈਆਂ, ਬਹੁਤ ਸਾਰੀਆਂ ਫਾਈਲਾਂ ਪਈਆਂ ਅਲਮੀਰਾ ਦੇ ਵਿੱਚ। ਸਪੋਜ਼ ਮੈਂ ਫਾਈਲ ਨੰਬਰ 1 ਤੇ ਕੰਮ ਕਰ ਰਿਹਾ, ਫਾਈਲ ਨੰਬਰ 1 ਤੇ ਕੰਮ ਕਰ ਰਿਹਾ। ਇਸ ਫਾਈਲ ਦਾ ਕੁਝ ਡਾਕੂਮੈਂਟ ਇੱਥੇ ਪਏ ਆ, ਫਾਈਲ ਨੰਬਰ 2 ਦੇ ਵਿੱਚ ਪਏ ਆ।
मैं फाइल 1 ਤੇ ਕੰਮ ਕਰ ਰਿਹਾ ਸੀ ਤੇ ਮੈਂ ਦੇਖਿਆ ਯਾਰ ਇਹਦਾ ਇੱਕ ਡਾਕੂਮੈਂਟ ਮਿਸ ਹੈ। ਮੈਂ ਉੱਠਿਆ, ਉੱਠ ਕੇ ਅਲਮੀਰਾ ਖੋਲੀ, ਇਹ ਫਾਈਲ ਮੈਂ ਲੈ ਕੇ ਆਇਆ, ਫਿਰ ਮੈਂ ਫਾਈਲ ਦਾ ਇੱਕ ਡਾਕੂਮੈਂਟ ਇਹਦੇ ਵਿੱਚ ਕੀ ਹੈ ਲਗਾਤਾ, ਮੈਂ ਕੰਮ ਕਰਨ ਲੱਗ ਗਿਆ। ਫਿਰ ਮੈਨੂੰ ਪਿਆ ਵੀ ਇਹਦਾ ਇੱਕ ਡਾਕੂਮੈਂਟ ਹੋਰ ਕਿਤੇ ਪਿਆ, ਫਾਈਲ ਇਸ ਫਾਈਲ 'ਚ ਪਿਆ, ਮੈਂ ਇੱਥੋਂ ਫਾਈਲ 'ਚ ਚੱਕਿਆ, ਫਿਰ ਮੈਂ ਲਗਾਤਾ। ਤਾਂ ਮੈਂ ਵਾਰ-ਵਾਰ ਉੱਠ ਰਿਹਾ, ਇੱਕ ਤਾਂ ਮੇਰੀ એનર્ਜੀ ਵੇਸਟ ਹੋ ਰਹੀ, ਇੱਕ ਟਾਈਮ ਵੇਸਟ ਹੋ ਰਿਹਾ, ਤੀਜਾ ਮੇਰਾ ਕੀ ਹੈ ਕੰਮ ਸਲੋ ਹੋ ਰਿਹਾ। ਇਸ ਦੀ ਬਜਾਏ ਮੈਂ ਕੀ ਕਰੂੰਗਾ, ਮੰਨ ਲਓ ਮੈਂ ਫਾਈਲ 1 ਇੱਥੇ ਖੋਲ ਲਈ, ਮੈਨੂੰ ਪਤਾ ਹੈ ਕਿ ਅਗਲੀ ਵਾਰੀ ਮੈਨੂੰ ਇਸ ਫਾਈਲ 2 ਦੀ ਜ਼ਰੂਰਤ ਪੈ ਸਕਦੀ ਹੈ, ਮੈਂ ਫਾਈਲ 2 ਨੂੰ ਕਿੱਥੇ ਲੈ ਕੇ ਆ ਜਾਊਂਗਾ, ਡਰਾਅਰ ਦੇ ਵਿੱਚ ਰੱਖ ਦੂੰਗਾ। ਤਾਂ ਮੈਂ ਫਾਈਲ 1 ਤੇ ਕੰਮ ਕਰ ਰਿਹਾ, ਮੈਨੂੰ ਪਤਾ ਲੱਗ ਗਿਆ ਕਿ ਫਾਈਲ 2 ਦੇ ਵਿੱਚ ਡਾਕੂਮੈਂਟ ਹੈ, ਮੈਨੂੰ ਉੱਠਣ ਦੀ ਜ਼ਰੂਰਤ ਨਹੀਂ, ਮੈਂ ਡਰਾਅਰ ਖੋਲੂੰਗਾ, ਇਹ ਫਾਈਲ ਦੇ ਡਾਕੂਮੈਂਟ ਇੱਥੇ ਲਗਾ ਲੂੰਗਾ। ਤਾਂ ਕਹਿਣ ਦਾ ਮਤਲਬ ਮੇਰਾ ਕੰਮ ਵੀ ਸੌਖਾ ਹੋ ਗਿਆ, ਮੇਰੀ એનર્ਜੀ ਵੀ ਘੱਟ ਲੱਗੂਗੀ, ਮੇਰਾ ਕੰਮ ਵੀ ਫਾਸਟ ਹੋ ਗਿਆ। ਤਾਂ ਸੇਮ ਕੰਪਿਊਟਰ ਕੀ ਕਰਦਾ ਰਾਜੇ, CPU ਨੇ ਵਾਰ-ਵਾਰ ਮਾਈਕਰੋ ਪ੍ਰੋਸੈਸਰ ਨੇ RAM ਦੇ ਵਿੱਚੋਂ ਫਾਈਲ ਲੈ ਕੇ ਆਉਣੀ ਮੁਸ਼ਕਲ ਹੁੰਦੀ ਹੈ, ਤਾਂ ਸੈਂਟਰ ਦੇ ਵਿਚਕਾਰ ਕੀ ਕਰਦਾ, ਇੱਕ ਡਰਾਅਰ ਕਹਿ ਲਓ, ਜਿਵੇਂ ਟੇਬਲ ਦਾ ਡਰਾਅਰ ਹੁੰਦਾ, ਜਾਂ ਫਿਰ ਉੱਥੇ ਨੂੰ ਕਹਿ ਦਿੰਦੇ ਆ ਕੈਸ਼ੇ ਮੈਮਰੀ, ਤਾਂ ਇਹਨੂੰ ਕਹਿ ਦਿੰਦੇ ਰਾਜੇ ਕੈਸ਼ਿੰਗ। ਠੀਕ ਹੈ ਜੀ, ਕਲੀਅਰ ਹੈ? ਆਈ ਹੋਪ ਹੁਣ ਤਾਂ ਕਲੀਅਰ ਹੋ ਗਿਆ ਹੋਊਗਾ ਬਹੁਤ ਵਧੀਆ ਢੰਗ ਦੇ ਨਾਲ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਨੇਮ ਦਾ ਸ਼ਾਰਟਕਟ ਕੀ ਟੂ ਸਟਾਰਟ ਦਾ ਸਲਾਈਡ ਸ਼ੋ ਇਨ ਮਾਈਕਰੋਸਾਫਟ ਪਾਵਰ ਪੁਆਇੰਟ 2010 ਕਹਿ ਲਓ, 16 ਕਹਿ ਲਓ, 19 ਕਹਿ ਲਓ, 7 ਕਹਿ ਲਓ, ਜਿਹੜਾ ਮਰਜ਼ੀ ਕਹਿ ਲਓ। ਠੀਕ ਹੈ, ਹੁਣ ਦੇਖੋ ਸਲਾਈਡ ਸ਼ੋ ਹੁੰਦਾ ਕੀ, ਦੇਖੋ ਤੁਹਾਡੇ ਸਾਹਮਣੇ ਸਲਾਈਡ ਸ਼ੋ ਹੀ ਚੱਲ ਰਿਹਾ, ਦੇਖੋ ਮੈਂ ਜਦੋਂ ਆਏ ਉੱਪਰ ਨੀਚੇ ਕਰਦਾ ਨਾ ਸਲਾਈਡ ਸ਼ੋ ਹੀ ਚੱਲ ਰਿਹਾ। ਠੀਕ ਹੈ, ਤਾਂ ਸਲਾਈਡ ਸ਼ੋ ਬੇਸਿਕਲੀ ਹੁੰਦਾ ਕੀ ਹੈ ਰਾਜੇ, ਜਿੰਨੀਆਂ ਮੈਂ ਦੇਖੋ ਪ੍ਰੈਜੈਂਟੇਸ਼ਨ ਬਣਾਈਆਂ ਤੁਹਾਡੇ ਸਾਹਮਣੇ, ਇਹ ਮੈਂ ਤੁਹਾਨੂੰ ਸਾਹਮਣੇ ਦਿਖਾਉਣੀਆਂ ਹੁੰਦੀਆਂ, ਤਾਂ ਇਹ ਕੀ ਹੁੰਦਾ ਸਲਾਈਡ ਸ਼ੋ ਹੁੰਦਾ। ਠੀਕ ਹੈ, ਬਾਈ ਡਿਫਾਲਟ ਇਹ ਬਿਗਨਿੰਗ ਤੋਂ ਚੱਲਦਾ। ਠੀਕ ਹੈ, ਤੇ ਐਂਡ ਕਿੱਥੇ ਹੁੰਦਾ, ਜਿਹੜੀ ਲਾਸਟ ਸਲਾਈਡ ਹੁੰਦੀ ਹੈ। ਠੀਕ ਹੈ, ਜਾਂ ਫਿਰ ਆਪਾਂ ਐਂਡ ਕਿਵੇਂ ਕਰ ਸਕਦੇ ਹਾਂ, escape ਕੀ ਨੱਪ ਦਾਂਗੇ ਤਾਂ ਐਂਡ ਹੋ ਜਾਊਗਾ, ਜਿੱਥੋਂ ਮਰਜ਼ੀ ਐਂਡ ਕਰ ਦਿਓ। ਤਾਂ ਬਾਈ ਡਿਫਾਲਟ ਬਿਗਨਿੰਗ ਤੋਂ ਚੱਲਦਾ, ਤਾਂ ਉਹਨੇ ਸ਼ਾਰਟਕਟ ਕੀ ਪੁੱਛੀ ਹੈ ਸਟਾਰਟ ਕਰਨ ਦੀ। ਤਾਂ ਬਾਈ ਡਿਫਾਲਟ ਜੇ ਆਪਾਂ ਬਿਗਨਿੰਗ ਤੋਂ ਚਲਾਉਣਾ ਹੋਵੇ ਤਾਂ ਉਹਦੀ ਸ਼ਾਰਟਕਟ ਕੀ ਹੁੰਦੀ ਹੈ, F5। ਯਾਦ ਰੱਖ ਲਿਓ ਕੀ ਹੁੰਦੀ ਹੈ, F5 ਹੁੰਦੀ ਹੈ। ਬਟ ਕਈ ਵਾਰੀ ਮੈਨੂੰ ਜ਼ਰੂਰਤ ਪੈ ਜਾਂਦੀ ਹੈ ਕਿ ਮੈਂ ਫਸਟ ਸਲਾਈਡ ਤੋਂ ਨਹੀਂ ਚਲਾਉਣਾ, ਮੈਂ ਥਰਡ ਸਲਾਈਡ ਤੋਂ ਸਟਾਰਟ ਕਰਨਾ, ਤਾਂ ਉਹਨੂੰ ਕਹਿ ਦਿੰਦੇ ਕਰੰਟ ਸਲਾਈਡ ਤੋਂ ਸਟਾਰਟ ਕਰਨਾ। ਤਾਂ ਕਰੰਟ ਸਲਾਈਡ ਤੋਂ ਸਟਾਰਟ ਕਰਨ ਵਾਸਤੇ ਜਿਹੜੀ ਸ਼ਾਰਟਕਟ ਕੀ ਹੁੰਦੀ ਹੈ ਰਾਜੇ, ਉਹ ਵੀ ਯਾਦ ਰੱਖ ਲਿਓ, ਸ਼ਿਫਟ ਪਲੱਸ F5। ਇਹ ਵੀ ਪੁੱਛਿਆ ਗਿਆ ਬਹੁਤ ਵਾਰੀ। ਬਾਈ ਡਿਫਾਲਟ ਜੇ ਆਪਾਂ ਸ਼ੁਰੂ ਤੋਂ ਚਲਾਉਣਾ ਤਾਂ F5 ਹੈ, ਜੇ ਕਰੰਟਲੀ ਸਲਾਈਡ ਤੋਂ ਚਲਾਉਣਾ ਤਾਂ ਕੀ ਹੈ, ਸ਼ਿਫਟ ਪਲੱਸ F5। ਯਾਦ ਰੱਖ ਲਿਓ ਬੇਟਾ, ਬਾਰ-ਬਾਰ ਪੁੱਛਿਆ ਜਾਂਦਾ ਹੈ। ਨੈਕਸਟ ਕੁਐਸਚਨ ਨਾਲ ਚੱਲਦੇ ਆ, ਕਹਿੰਦਾ ਕੰਟਰੋਲ ਪਲੱਸ ਮਾਊਸ ਸਕਰੋਲ ਵੀਲ। ਕੰਟਰੋਲ ਕੀ ਨੱਪ ਲਈਏ ਤੇ ਨਾਲ ਮਾਊਸ ਦਾ ਜਿਹੜਾ ਕੀ ਹੈ ਉਹਨੂੰ ਆਪਾਂ ਅਪ ਕਰਾਂਗੇ, ਡਾਊਨ ਕਰਾਂਗੇ, ਅੱਗੇ ਪਿੱਛੇ ਕਰਾਂਗੇ, ਤਾਂ ਉਹਦੇ ਨਾਲ ਹੁੰਦਾ ਕੀ ਹੈ ਕਹਿੰਦਾ, ਤਾਂ ਉਹਦੇ ਨਾਲ ਆਪਾਂ ਕੀ ਕਰ ਸਕਦੇ ਹਾਂ ਰਾਜੇ, ਜ਼ੂਮ ਇਨ ਵੀ ਕਰ ਸਕਦੇ ਹਾਂ ਤੇ ਜ਼ੂਮ ਆਊਟ ਵੀ ਕਰ ਸਕਦੇ ਹਾਂ। ਤਾਂ ਯਾਦ ਰੱਖਿਓ, ਜ਼ੂਮ ਇਨ ਤੇ ਜ਼ੂਮ ਆਊਟ ਦੀਆਂ ਹੋਰ ਸ਼ਾਰਟਕਟ ਕੀ ਵੀ ਮੈਂ ਕਰਾਈ ਹੋਈ ਹੈ, ਬਟ ਆਪਾਂ ਸਕਰੋਲ ਵੀਲ ਤੋਂ ਵੀ ਕਰ ਸਕਦੇ ਹਾਂ, ਕੰਟਰੋਲ ਪਲੱਸ ਸਕਰੋਲ ਵੀਲ ਨੂੰ ਅਪ ਡਾਊਨ ਕਰਕੇ। ਠੀਕ ਹੈ, ਜ਼ੂਮ ਇਨ ਹੋ ਜਾਊਗਾ, ਜ਼ੂਮ ਆਊਟ ਹੋ ਜਾਊਗਾ। ਲਾਸਟ ਕੁਐਸਚਨ ਹੈ ਰਾਜੇ, ਬਹੁਤ ਵਧੀਆ ਕੁਐਸਚਨ ਹੈ, ਬਟ ਇਹਨੂੰ ਧਿਆਨ ਦੇ ਨਾਲ ਦੇਖਣਾ ਹੈ, ਧਿਆਨ ਦੇ ਨਾਲ ਇਹਨੂੰ ਦੇਖ ਕੇ ਜਾਇਓ। ਕਹਿੰਦਾ ਵਿਚ ਆਫ ਦਾ ਫੋਲੋਇੰਗ ਆਪਸ਼ਨ ਇਜ਼ ਅਲਾਉ ਦਾ ਕ੍ਰੀਏਸ਼ਨ ਆਫ ਦਾ ਡਿਜੀਟਲ ਸਿਗਨੇਚਰ। ਰਾਜੇ ਡਿਜੀਟਲ ਸਿਗਨੇਚਰ ਇਨਕ੍ਰਿਪਸ਼ਨ ਨਾਮ ਦਾ ਟੌਪਿਕ ਹੈ, ਇਹਦੇ ਵਿੱਚ ਦੋ ਤਰ੍ਹਾਂ ਦੀਆਂ ਮੈਥਡ ਯੂਜ਼ ਕੀਤੇ ਜਾਂਦੇ, ਸਿਮੈਟ੍ਰਿਕ ਤੇ ਐਸਿਮੈਟ੍ਰਿਕ। ਠੀਕ ਹੈ, ਸਿਮੈਟ੍ਰਿਕ ਦੇ ਵਿੱਚ ਕੀ ਹੈ ਕਿ ਆਪਣੇ ਕੋਲੇ ਸਿੰਗਲ ਕੀ ਯੂਜ਼ ਹੁੰਦੀ ਹੈ, ਐਸਿਮੈਟ੍ਰਿਕ ਦੇ ਵਿੱਚ ਦੋ ਕੀਜ਼ ਯੂਜ਼ ਹੁੰਦੀਆਂ। ਤਾਂ ਇਹ ਐਸਿਮੈਟ੍ਰਿਕ ਦੀ ਗੱਲ ਕਰ ਰਿਹਾ ਫਿਲਹਾਲ। ਆਂਸਰ ਯਾਦ ਕਰ ਲਿਓ, ਪਬਲਿਕ ਕੀ ਇਨਫਰਾਸਟ੍ਰਕਚਰ। ਇਹਦੇ ਵਿੱਚ ਕਹਿੰਦਾ ਵੀ ਜਦੋਂ ਡਿਜੀਟਲ ਸਿਗਨੇਚਰ ਆਪਾਂ ਕ੍ਰੀਏਟ ਕਰ ਰਹੇ ਹਾਂ ਤਾਂ ਕਿਹੜੀ ਕੀ ਵਰਤਣੀ ਹੈ ਆਪਾਂ, ਪਬਲਿਕ ਕੀ। ਤੁਹਾਨੂੰ ਮੈਂ ਥੋੜਾ ਜਿਹਾ ਸਮਝਾ ਦਿੰਦਾ। ਆਹ ਦੇਖੋ ਇਨਕ੍ਰਿਪਸ਼ਨ ਹੁੰਦਾ ਕੀ ਹੈ ਰਾਜੇ, ਜਿਵੇਂ ਤੁਸੀਂ WhatsApp ਤੇ ਦੇਖੋ, ਤੁਹਾਨੂੰ WhatsApp ਤੇ ਲਿਖਿਆ ਇੱਕ ਮੈਸੇਜ ਲਿਖਿਆ ਆਉਂਦਾ ਹੁੰਦਾ ਐਂਡ ਟੂ ਐਂਡ ਇਨਕ੍ਰਿਪਸ਼ਨ। ਉਹਦਾ ਮਤਲਬ ਕੀ ਹੈ ਕਿ ਮੰਨ ਲਓ ਤੁਸੀਂ ਕਿਸੇ ਫਰੈਂਡ ਨੂੰ ਮੈਸੇਜ ਲਿਖਿਆ ਹੈਲੋ, ਉਹ ਹੈਲੋ ਮੈਸੇਜ ਤੁਹਾਡੇ ਫਰੈਂਡ ਕੋਲੇ ਜਾਣ ਤੋਂ ਪਹਿਲਾਂ ਕੀ ਹੋ ਜਾਊਗਾ, ਕੋਡ ਹੋ ਜਾਊਗਾ। ਮੰਨ ਲਓ ਉਹ ਇਦਾਂ ਹੋ ਜਾਊਗਾ @2 ਨਾਟ ਇਕੁਅਲ ਟੂ, ਪਰ ਜਦੋਂ ਤੁਹਾਡੇ ਫਰੈਂਡ ਕੋਲੇ ਜਾਊਗਾ ਤਾਂ ਉਹਨੂੰ ਕੀ ਦਿਖੂਗਾ, ਹੈਲੋ ਹੀ ਦਿਖੂਗਾ। ਤਾਂ ਆ ਨਾ ਤਾਂ WhatsApp ਕੰਪਨੀ ਦੇਖ ਸਕਦੀ ਹੈ, ਨਾ ਰਾਸਤੇ ਦੇ ਵਿੱਚ ਕੋਈ ਦੇਖ ਸਕਦਾ। ਤਾਂ ਇਹ ਕੀ ਇੱਕ ਸਿਕਿਉਰਿਟੀ ਹੈ। ਤਾਂ ਸੇਮ ਵੇ ਰਾਜੇ ਇਨਕ੍ਰਿਪਸ਼ਨ ਕੀ ਹੁੰਦਾ, ਜਿਵੇਂ ਮੰਨ ਲਓ ਮੇਰੇ ਕੋਲ ਪਲੇਨ ਟੈਕਸਟ ਹੈ ਹੈਲੋ, ਉਹਨੂੰ ਮੈਂ ਇਨਕ੍ਰਿਪਟ ਕਰੂੰਗਾ ਕਿਹਦੇ ਨਾਲ, ਪਬਲਿਕ ਕੀ ਦੇ ਨਾਲ ਇਨਕ੍ਰਿਪਟ ਕਰੂੰਗਾ। ਤਾਂ ਉਹ ਕੋਡ ਦੇ ਵਿੱਚ ਚੇਂਜ ਹੋ ਗਿਆ, ਜਦੋਂ ਉਹ ਉੱਥੇ ਜਾਊਗਾ ਫਿਰ ਦੁਬਾਰਾ ਕੀ ਕਰਨੀ ਪਊਗੀ, ਉਹਨੂੰ ਡੀਕ੍ਰਿਪਸ਼ਨ ਕਰਨੀ ਪਊਗੀ, ਉਹਨੂੰ ਹਟਾਉਣਾ ਪਊਗਾ ਕੋਡ ਨੂੰ, ਤਾਂ ਹੀ ਸਮਝ ਆਊਗਾ ਤੇ ਦੁਬਾਰਾ ਆਪਣੇ ਕੋਲ ਕੀ ਆ ਜਾਊਗਾ, ਹੈਲੋ ਲਿਖਿਆ ਆ ਜਾਊਗਾ। ਇਹਨੂੰ ਕਹਿ ਦਿੰਦੇ ਆ ਐਸਿਮੈਟ੍ਰਿਕ ਕੀ। ਬਟ ਆਪਾਂ ਇਹਨੂੰ ਥੋੜਾ ਜਿਹਾ ਡਿਟੇਲ ਚ ਪੜ੍ਹਦੇ ਆ। ਡਾਟਾ ਇਨਕ੍ਰਿਪਸ਼ਨ ਹੁੰਦਾ ਕੀ ਹੈ, ਕਹਿੰਦਾ ਸਾਈਬਰ ਸਿਕਿਉਰਿਟੀ ਦੇ ਵਿੱਚ ਇਨਕ੍ਰਿਪਸ਼ਨ ਦਾ ਮਤਲਬ ਕੀ ਹੈ ਕਿ ਇੱਕ ਪੜਨਯੋਗ ਫਾਰਮੈਟ ਤੋਂ ਡਾਟਾ ਨੂੰ ਕਿਹਦੇ ਵਿੱਚ ਇਨਕੋਡ ਕਰਨਾ, ਮਤਲਬ ਕਿ ਇਨਕੋਡ ਕਰਨਾ ਮਤਲਬ ਨਾ ਪੜਨਯੋਗ ਫਾਰਮੈਟ ਦੇ ਵਿੱਚ। ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਹੈਲੋ ਹੈ, ਹੈਲੋ ਤਾਂ ਸਾਰੇ ਪੜ੍ਹ ਸਕਦੇ ਆ, ਬਟ ਜੇ ਮੈਂ ਕਹਾਂ ਕਿ 2 ਨਾਟ ਇਕੁਅਲ ਟੂ 7, ਤਾਂ ਇਹਦਾ ਕੋਈ ਪਤਾ ਨਹੀਂ ਹੈਗਾ ਵੀ ਇਹ ਕੀ ਕਿਹੜਾ ਟੈਕਸਟ ਹੈ, ਕਿਉਂਕਿ ਇਹ ਕੋਡ ਕਰਤਾ, ਜਿਵੇਂ ਆਰਮੀ ਵਾਲੇ ਕੋਡ ਕਰਦੇ ਆ ਆਪਣੇ ਟੈਕਸਟ ਨੂੰ। ਠੀਕ ਹੈ, ਤੁਸੀਂ ਰੀਜ਼ਨਿੰਗ ਦੇ ਵਿੱਚ ਵੀ ਪੜ੍ਹਦੇ ਹੋ, ਕੋਡਡ ਡੀਕੋਡਡ ਵਾਲਾ ਟੌਪਿਕ ਪੜ੍ਹਦੇ ਹੋ। ਕਹਿੰਦਾ ਇਨਕ੍ਰਿਪਟਡ ਡਾਟਾ ਨੂੰ ਡੀਕ੍ਰਿਪਟਡ ਕੀਤੇ ਜਾਣ ਤੋਂ ਬਾਅਦ ਹੀ ਪੜ੍ਹਿਆ ਜਾ ਸਕਦਾ ਹੈ, ਤੁਹਾਨੂੰ ਮੈਂ ਦੱਸਤਾ ਪੜ੍ਹਿਆ ਜਾ ਸਕਦਾ ਹੈ। ਤਾਂ ਕਹਿੰਦਾ ਇਨਕ੍ਰਿਪਸ਼ਨ ਦੇ ਵਿੱਚ ਕਹਿੰਦਾ ਮਨੁੱਖ ਦੁਆਰਾ ਪੜਨਯੋਗ ਪਲੇਨ ਟੈਕਸਟ ਨੂੰ ਸਮਝ ਤੋਂ ਬਾਹਰ ਦੇ ਰੂਪ ਵਿੱਚ ਬਦਲਣਾ ਸ਼ਾਮਲ ਹੈ। ਮਤਲਬ ਕਿ ਜੋ ਆਪਾਂ ਨੂੰ ਸਮਝ ਨਾ ਆਵੇ, ਜਿਹਨੂੰ ਕਹਿ ਦਿੰਦੇ ਆ ਸਾਈਫਰ ਟੈਕਸਟ ਕਹਿ ਦਿੰਦੇ ਆ। ਤਾਂ ਪਲੇਨ ਟੈਕਸਟ ਹੈ, ਉੱਤੇ ਮੈਂ ਜਦੋਂ ਪਬਲਿਕ ਕੀ ਮਤਲਬ ਕਿ ਇਨਕ੍ਰਿਪਸ਼ਨ ਕਰਦਾ ਤਾਂ ਮੈਂ ਪਬਲਿਕ ਕੀ ਦੇ ਨਾਲ ਕਰਦਾ,
ਸਾਈਫਰ ਟੈਕਸਟ ਐਡ ਹੋ ਜਾਂਦਾ ਹੈ, ਫਿਰ ਉਹਨੂੰ ਮੈਂ ਡਿਕ੍ਰਿਪਸ਼ਨ ਕਰਨਾ ਤਾਂ ਪ੍ਰਾਈਵੇਟ ਕੀ ਦੇ ਨਾਲ ਕੀ ਕਰਦਾ, ਡੀਕ੍ਰਿਪਸ਼ਨ ਕਰ ਦਿੰਦਾ। ਕਲੀਅਰ ਹੈ ਜੀ। ਦੋ ਟੈਕਨੋਲੋਜੀਆਂ 'ਚ ਯੂਜ਼ ਹੁੰਦੀਆਂ ਰਾਜੇ, ਸਿਮੈਟ੍ਰਿਕ ਜਿਹਦੇ ਵਿੱਚ ਇੱਕ ਸਿੰਗਲ ਕੀ ਯੂਜ਼ ਹੁੰਦੀ ਹੈ ਇਕੱਲੀ ਪ੍ਰਾਈਵੇਟ ਕੀ, ਤੇ ਐਸਿਮੈਟ੍ਰਿਕ ਦੇ ਵਿੱਚ ਪਬਲਿਕ ਤੇ ਪ੍ਰਾਈਵੇਟ ਕੀ ਦੋਨੇ ਯੂਜ਼ ਹੁੰਦੀਆਂ। ਇਹ ਮੈਂ ਡਿਟੇਲ 'ਚ ਪੜਾਇਆ ਹੋਇਆ ਆਪਣੇ YouTube ਦੇ ਉੱਪਰ, ਪਲੀਜ਼ ਦੇਖ ਲਿਓ ਜਰੂਰ। ਤੇ ਸਿਮੈਟ੍ਰਿਕ ਕੀ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੱਤਾ ਰਾਜੇ, ਦੋ ਓਰੀਜਨਲ ਟੈਕਸਟ ਨੂੰ ਪਹਿਲਾਂ ਸਿਮੈਟ੍ਰਿਕ ਕੀ ਪਬਲਿਕ ਕੀ ਕਰੂਗੀ, ਸਾਈਫਰ ਟੈਕਸਟ ਦੇ ਵਿੱਚ ਬਦਲ ਦੂਗੀ, ਬਾਅਦ ਦੇ ਵਿੱਚ ਕੀ ਕਰ ਦੂਗੀ, ਪ੍ਰਾਈਵੇਟ ਕੀ ਕਰ ਦੂਗੀ, ਉਹਨੂੰ ਡਿਕ੍ਰਿਪਸ਼ਨ ਕਰ ਦੂਗੀ, ਪਲੇਨ ਟੈਕਸਟ ਓਰੀਜਨਲ ਟੈਕਸਟ ਦੇ ਵਿੱਚ ਕਨਵਰਟ ਕਰ ਦੂਗੀ। ਆਈ ਹੋਪ ਤੁਹਾਨੂੰ ਸਾਰਾ ਕੁਝ ਬਹੁਤ ਵਧੀਆ ਸਮਝ ਆ ਗਿਆ ਹੋਊਗਾ ਰਾਜੇ। ਤਾਂ ਇਹ ਟੌਪਿਕ ਤੁਹਾਡੇ ਵਾਸਤੇ ਇੰਪੋਰਟੈਂਟ ਸੀਗੇ, ਤੇ ਨੈਕਸਟ ਵੀਡੀਓ ਆਪਾਂ ਜਲਦੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਰਹੇ ਹਾਂ। ਤਦ ਤੱਕ ਵਾਸਤੇ ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ।